ਸ਼ੁਰੂ ਤੋਂ ਇੱਕ ਡ੍ਰੀਮ ਹੁੰਦਾ ਹੈ Yeah. ਮੈਂ ਕੈਨੇਡਾ ਜਾਣਾ ਹੈ ਕਿ ਉਹੀ ਡ੍ਰੀਮ ਲੈ ਕੇ ਯੂ ਜਸਟ ਲੈਂਡਡ ਓਵਰ ਹੀਅਰ। ਸੋ ਇਦਾਂ ਨਹੀਂ ਸੀ ਕਿ ਸ਼ੁਰੂਆਤ ਤੋਂ ਡ੍ਰੀਮ ਸੀ, ਇਦਾਂ ਸੀ ਕਿ ਉਹ ਹਾਲਾਤ ਇਹੋ ਜਿਹੇ ਬਣੇ ਐਂਡ ਉਹ ਓਪਰਚੁਨਿਟੀਜ਼ ਮਿਲੀਆਂ। ਐਂਡ ਹਾਊ ਵਾਸ ਦ ਫਰਸਟ ਐਕਸਪੀਰੀਅੰਸ? ਸੋ ਜਦ ਮੈਂ ਨਵੀਂ ਆਈ ਮੈਨੂੰ ਸਾਰਿਆਂ ਨੇ ਪੁੱਛੀ ਜਾਣਾ ਕਿੱਦਾਂ ਫੀਲ ਹੋ ਰਿਹਾ, ਐਂਡ ਆਈ ਵਾਸ ਲਾਈਕ ਅਜੇ ਕੁਝ ਮੈਨੂੰ ਫੀਲ ਨਹੀਂ ਹੋ ਰਿਹਾ। ਕੀ ਕਰ ਰਹੀ ਹੈ ਜੋਬਨਮੀਤ ਡਿਫਰੈਂਟ ਕਰਨ ਵਾਸਤੇ, ਲੋਕਾਂ ਦੀ ਲਾਈਫ ਨੂੰ ਫੁਲਫਿਲ ਕਰਨ ਵਾਸਤੇ, ਉਹਨਾਂ ਦੀ ਲਾਈਫ 'ਚ ਜੋਏ ਲਿਆਉਣ ਵਾਸਤੇ? Everything starts with your beliefs that ਤੁਹਾਡੇ ਮਾਈਂਡ 'ਚ ਜੋ ਨੇ। ਸੋ ਦ ਮਾਈਂਡਸੈਟ ਇਜ਼ ਦ ਫਾਊਂਡੇਸ਼ਨ ਆਫ ਐਵਰੀਥਿੰਗ। ਜੋਬਨ ਦੀ ਗੋਲਡਨ ਟਿਪ ਕਿਹੜੀ ਹੈ? I would say ਹਮੇਸ਼ਾ ਵਿਸ਼ਵਾਸ ਰੱਖੋ ਆਪਣੇ ਆਪ 'ਚ, ਵਿਸ਼ਵਾਸ ਰੱਖੋ ਉਸ ਪਰਮਾਤਮਾ 'ਚ। Namaskar, Adab, te Sat Shri Akal. I, Robindeep, on the behalf of my entire team, welcome you to the another episode of Canadian Dream Just podcast. Today, we have a very special guest with us. Now, you must be thinking, who is this special guest? This guest is so special because she is an inspiration for many. She is an epitome of love, support, care, and joy. So, without a further ado, let's welcome Jobonmeet Kaur. Welcome to the show. Thank you so much, Robindeep. Thank you very much. Happy to be here. Thank you very much for being here, Joban. Can you please let our audience know about yourself first? Yeah, for sure. मैं कनाडा 8 साल पहला आई and I came as an international student. University of Waterloo तो मैं engineering की थी. I did electrical and computer engineering. ਹੁਣ 5 ਸਾਲ ਦਾ ਮੇਰਾ ਐਕਸਪੀਰੀਅੰਸ ਰਿਹਾ ਹੈ ਕੈਨੇਡੀਅਨ ਕਾਰਪੋਰੇਟ ਜੌਬ ਵਿੱਚ। ਬਟ ਦ ਬੈਸਟ ਪਾਰਟ ਦੈਟ ਆਈ ਹੈਵ ਲਰਨਡ ਇਨ ਦਿਸ ਜਰਨੀ ਇਜ਼ ਬਹੁਤ ਹੀ ਸਟਰੋਂਗ ਮਾਈਂਡਸੈਟ ਬਣਾਉਣ ਬਾਰੇ ਐਂਡ ਹਾਊ ਆਰ ਥਾਟਸ ਕ੍ਰੀਏਟ ਰਿਐਲਿਟੀ ਐਂਡ ਹਾਊ ਦ ਬੈਸਟ part of us is how we see ourselves and how much self-love and compassion we have for others. Definitely. ਤੁਸੀਂ ਨਸ਼ਲ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਸਮਰਾਈਜ਼ ਕਰਕੇ ਦੱਸਦੀਆਂ ਸਾਨੂੰ ਜੋਬਨ। I would definitely elongate it even more. So ਮੈਂ ਸ਼ੁਰੂਆਤ ਕਰਨਾ ਚਾਹੂੰਗੀ ਕਿਉਂਕਿ ਆਪਾਂ ਕੈਨੇਡੀਅਨ ਡ੍ਰੀਮ ਦੀ ਗੱਲ ਕਰ ਰਹੇ ਹਾਂ ਜੋਬਨ। ਸੋ ਮੈਨੂੰ ਇਹ ਦੱਸੋ ਕਿ ਤੁਸੀਂ ਕੈਨੇਡਾ ਦੇ ਵਿੱਚ, ਜਿਵੇਂ ਤੁਸੀਂ ਕਿਹਾ ਕਿ ਤੁਸੀਂ 8 ਸਾਲ ਪਹਿਲਾਂ ਆਏ ਸੀਗੇ, ਸੋ ਜਦੋਂ ਤੁਸੀਂ ਆਏ ਸੀਗੇ ਉਦੋਂ ਮਤਲਬ ਤੁਸੀਂ ਕੋਈ ਸਟੱਡੀ ਆਲਰੇਡੀ ਕਰਕੇ ਆਏ ਸੀ ਇੰਡੀਆ ਤੋਂ ਕਿ ਯੂ ਜਸਟ, ਜਿਵੇਂ ਕਿ ਹਰ ਬੱਚੇ ਦੇ ਦਿਮਾਗ 'ਚ ਨਾ ਸ਼ੁਰੂ ਤੋਂ ਇੱਕ ਡ੍ਰੀਮ ਹੁੰਦਾ ਹੈ ਮੈਂ ਕੈਨੇਡਾ ਜਾਣਾ ਹੈ ਕਿ ਉਹੀ ਡ੍ਰੀਮ ਲੈ ਕੇ ਯੂ ਜਸਟ ਲੈਂਡਡ ਓਵਰ ਹੀਅਰ? ਮੈਂ ਇੰਡੀਆ 'ਚ ਮਾਸਟਰਸ ਕਰ ਲਈ ਸੀ ਆਪਣੀ ਐਂਡ ਉੱਥੇ ਜੌਬ ਦਾ ਸੋਚ ਰਹੀ ਸੀ। ਬਟ ਕਿਉਂਕਿ ਮੇਰੀ ਰਿਸਰਚ ਵਾਲੇ ਪਾਸੇ ਜ਼ਿਆਦਾ ਧਿਆਨ ਸੀ, ਸੋ ਕਾਫੀ ਸਾਰੇ ਰਿਸਰਚ ਪੇਪਰਸ ਪੜ੍ਹ ਰਹੀ ਸੀ ਵਾਇਰਲੈਸ ਕਮਿਊਨੀਕੇਸ਼ਨ ਵਿੱਚ। ਐਂਡ ਇੱਕ ਪ੍ਰੋਫੈਸਰ ਸੀਗੇ ਕੈਨੇਡਾ 'ਚ ਜਿਨ੍ਹਾਂ ਨਾਲ ਆਈ ਰੀਅਲੀ ਵਾਂਟਡ ਟੂ ਵਰਕ। ਸੋ ਉੱਥੋਂ ਸ਼ੁਰੂਆਤ ਹੋਈ। ਬਟ ਉਹਨੇ ਟਾਈਮ ਤੱਕ ਮੈਂ ਹਮੇਸ਼ਾ ਸੋਚਦੀ ਸੀ ਪਤਾ ਨਹੀਂ ਸਾਰੇ ਲੋਕ ਉੱਥੇ ਕਿਉਂ ਜਾਂਦੇ ਨੇ, ਇੰਡੀਆ 'ਚ ਹੀ ਸਾਰਾ ਵਧੀਆ ਐਂਡ ਫੈਮਿਲੀ ਨਾਲ ਰਹੋ। ਸੋ ਇੱਦਾਂ ਨਹੀਂ ਸੀ ਕਿ ਸ਼ੁਰੂਆਤ ਤੋਂ ਡ੍ਰੀਮ ਸੀ, ਇੱਦਾਂ ਸੀ ਕਿ ਉਹ ਹਾਲਾਤ ਇਹੋ ਜਿਹੇ ਬਣੇ ਐਂਡ ਉਹ ਓਪਰਚੁਨਿਟੀਜ਼ ਮਿਲੀਆਂ। ਐਂਡ ਅੱਗੇ ਕਿਉਂਕਿ ਪੜ੍ਹਾਈ ਦਾ ਰਿਸਰਚ ਦਾ ਬਹੁਤ ਸ਼ੌਕ ਸੀ, ਸੋ ਆਲਵੇਜ਼ I used to see ਕਿ ਕਿਹੜੀ ਬੈਟਰ ਓਪਰਚੁਨਿਟੀਜ਼ ਨੇ, ਕਿਹੜੀਆਂ ਬੈਸਟ ਯੂਨੀਵਰਸਿਟੀਜ਼ ਨੇ। ਸੋ ਯੂਨੀਵਰਸਿਟੀ ਆਫ ਵਾਟਰਲੂ ਅਪਲਾਈ ਕੀਤਾ ਐਂਡ ਉਹ ਲਾਈਕ ਬਹੁਤ ਜ਼ਿਆਦਾ ਬਿਲੀਵ ਸੀ ਕਿ ਬਹੁਤ ਵਧੀਆ ਯੂਨੀਵਰਸਿਟੀ ਤੋਂ ਪੜ੍ਹਨਾ ਹੈ ਐਂਡ ਥੈਂਕਫੁਲੀ ਉਹ ਸਾਰਾ ਹੋ ਗਿਆ। So it was a dream towards that time and it became a reality ਕਿਉਂਕਿ ਸਾਰਿਆਂ ਦਾ ਸਾਥ ਬਣਿਆ। ਐਂਡ ਮੇਰੇ ਜੋ ਪ੍ਰੋਫੈਸਰਸ ਇੰਡੀਆ ਵਿੱਚ ਵੀ ਸੀ they always used to say ਕਿ the level of study ਜੋ ਉੱਥੇ ਹੈ ਉਹ ਐਕਸਪੀਰੀਅੰਸ ਕਰਨਾ ਚਾਹੀਦਾ ਹੈ। ਸੋ ਸਭ ਤੋਂ ਮੇਨ ਆਈਡੀਆ was just that। ਫਿਰ ਅੱਗੇ ਰਹਿਣਾ ਕਿੱਦਾਂ ਐਂਡ ਲਾਈਫ ਸਟਾਈਲ ਕਿੱਦਾਂ ਬਣਾਉਣਾ ਉਹ ਹੌਲੀ ਹੌਲੀ ਆਪੇ ਹੁੰਦਾ ਗਿਆ। ਮੈਂ ਯੂਜਲੀ ਇਹ ਕੁਐਸਚਨ ਕਿਸੇ ਨੂੰ ਪੁੱਛਦੀ ਨਹੀਂ ਹੁੰਦੀ, ਤੁਸੀਂ ਇਹ ਕਰ ਦਿੱਤਾ ਹੈ ਵਿੱਚ ਹੀ ਸਮਰਾਈਜ਼ ਕਿ ਵਾਟ ਵਾਜ਼ ਦਾ ਮੇਨ ਮੋਟਿਵ ਆਫ ਇਟ, ਕਿ ਮੈਂ ਸਟੱਡੀ ਵਾਸਤੇ ਹੀ ਬੇਸਿਕਲੀ ਆਉਣਾ ਚਾਹੁੰਦੀ ਸੀ ਕਿਉਂਕਿ ਮੈਨੂੰ ਰਿਸਰਚ 'ਚ ਕਾਫੀ ਜ਼ਿਆਦਾ ਐਕਸਪੀਰੀਅੰਸ ਹੈਗਾ। ਬਟ ਫਿਰ ਵੀ ਮੈਨੂੰ ਇਹ ਕੁਐਸਚਨ ਜਿਹੜਾ ਥੋੜ੍ਹਾ ਜਿਹਾ ਹੈ ਕਿ ਮੈਂ ਪੁੱਛਣਾ ਹੈ ਕਿਉਂਕਿ ਵੈਸੇ ਪੰਜਾਬੀਆਂ ਲਈ ਕੈਨੇਡਾ ਇਜ਼ ਦ first place to be, but there are many countries in the world. Why have you chosen specifically Canada only? Is just that because of that professor only or koi ਹੋਰ instances ਵੀ ਬਣੇ ਇਹਦੇ ਨਾਲ? ਹਾਂਜੀ,
ਪੰਜਾਬੀਆਂ ਲਈ ਸਭ ਤੋਂ ਸੌਖਾ ਰਿਲੇਟੇਬਲ ਚੀਜ਼ ਵੈਸੇ ਹੀ ਬਿਲਕੁਲ। ਕੈਨੇਡਾ ਹੁੰਦੀ ਹੈ। ਉਦੋਂ ਜਦ ਮੈਂ ਦੇਖ ਰਹੀ ਸੀ 2 ਆਪਸ਼ਨ ਸਭ ਤੋਂ ਜ਼ਿਆਦਾ ਸੀ, ਕੈਨੇਡਾ ਐਂਡ US ਤੇ, ਐਂਡ ਉੱਥੇ ਵੀ US ਵਿੱਚ ਵੀ ਰਿਸਰਚ ਬਹੁਤ ਵਧੀਆ ਹੈ। ਬਟ ਜਿਵੇਂ ਮੇਰੇ GNE ਕਾਲਜ ਤੋਂ ਮੈਂ ਲੁਧਿਆਣੇ ਤੋਂ ਪੜ੍ਹੀ ਹਾਂ, ਸੋ ਉੱਥੋਂ ਦੇ ਸਾਡੇ ਜੋ HOD ਸਰ ਸੀ, ਸੋ ਉਹ ਕਹਿੰਦੇ ਕਿ ਜੇ ਸੌਖੀ ਲਾਈਫ ਲੈਣੀ ਹੈ ਜੋ ਬਹੁਤ ਹੀ ਕਾਮ ਐਂਡ ਨਾਈਸ, ਲਾਈਕ ਜਿੱਦਾਂ ਦੀ ਮੇਰੀ ਨੇਚਰ ਹੈ, ਸੋ ਫਿਰ ਕੈਨੇਡਾ ਭੇਜ ਦੋ। ਅੱਛਾ ਜੀ। ਜੇ ਹੈ ਕਿ ਜ਼ਿਆਦਾ ਪੈਸੇ ਕਮਾਉਣੇ ਐਂਡ ਬਹੁਤ ਫਾਸਟ ਲਾਈਫ ਚਾਹੀਦੀ ਹੈ, ਫਿਰ US ਭੇਜ ਦੋ। ਸੋ ਆਈ ਵਾਸ ਲਾਈਕ ਨਹੀਂ, ਮੈਨੂੰ ਨਾ ਬਹੁਤ ਸ਼ਾਂਤ ਸਰਲ ਉਹੋ ਜਿਹੀ ਲਾਈਫ ਚਾਹੀਦੀ ਹੈ ਕਿ ਹਾਂ ਪੜ੍ਹਾਈ ਵੱਲ ਜ਼ਿਆਦਾ ਧਿਆਨ ਦਈਏ, ਪੈਸਾ ਆਪੇ ਹੌਲੀ ਹੌਲੀ ਆ ਜਾਏਗਾ। ਸੋ ਇਸ ਲਈ ਕੈਨੇਡਾ ਚੂਜ਼ ਕੀਤਾ। ਉਹਨਾਂ ਨੇ ਇਸ ਤਰੀਕੇ ਨਾਲ ਸਮਝਾਇਆ ਸੀ ਕਿ ਉੱਥੇ US 'ਚ ਬਹੁਤ ਹੀ ਭੱਜ ਦੌੜ ਹੈ ਐਂਡ ਆਲ ਦੈਟ, ਸੋ ਇਸ ਲਈ ਕੈਨੇਡਾ ਚੂਜ਼ ਕੀਤਾ। And then that's how you chose Canada over states, right? ਹਾਂਜੀ ਹਾਂਜੀ। ਵੈਸੇ ਤੇ ਆਪਾਂ ਕੰਟਰੀਜ਼ ਤਾਂ ਕੰਪੇਅਰ ਨਹੀਂ ਕਰ ਰਹੇ, ਬਟ ਹਾਂ ਡੈਫੀਨੇਟਲੀ ਇਟਸ ਆਲਵੇਜ਼ ਗੁੱਡ ਟੂ ਟੇਕ ਐਡਵਾਈਸ ਫਰਮ ਪੀਪਲ ਐਂਡ ਫਿਰ ਸਟ੍ਰੈਟੇਜਿਕਲੀ ਚੱਲਣਾ। ਸੋ ਇਸ ਫਿਰ ਉਸ ਤੋਂ ਬਾਅਦ ਤੁਹਾਡੀ ਜਿਹੜੀ ਹੈ ਕੈਨੇਡਾ ਦੀ ਐਪਲੀਕੇਸ਼ਨ ਐਵਰੀਥਿੰਗ ਉਹ ਚੀਜ਼ ਸਟਾਰਟ ਹੋਈ। ਹਾਂਜੀ। ਮੈਂ ਮੋਸਟਲੀ ਰਿਸਰਚ ਲਈ ਅਪਲਾਈ ਕਰ ਰਹੀ ਸੀ, ਸੋ 3 ਯੂਨੀਵਰਸਿਟੀਜ਼ 'ਚ ਅਪਲਾਈ ਕੀਤਾ, ਬਟ ਬਹੁਤ ਜ਼ਿਆਦਾ ਅਟੈਚਮੈਂਟ ਸੀ ਯੂਨੀਵਰਸਿਟੀ ਵਾਟਰਲੂ ਲਈ। ਸੋ ਬਾਕੀ ਸਾਰਿਆਂ ਦਾ ਜਵਾਬ ਆ ਗਿਆ, ਦੇ ਸੇਡ ਯੈਸ, ਬਟ ਆਈ ਵਾਸ ਲਾਈਕ ਨਹੀਂ, ਜਦੋਂ ਤੱਕ ਆ ਯੈਸ ਨਹੀਂ ਬੋਲਦੇ ਉਦੋਂ ਤੱਕ ਮੈਂ ਅਪਲਾਈ ਨਹੀਂ ਕਰਨਾ। ਸੋ ਥੈਂਕਫੁਲੀ ਦੈਟ ਹੈਪਨਡ ਐਂਡ ਫਿਰ ਇਸੇ ਤਰ੍ਹਾਂ ਸਫ਼ਰ ਸ਼ੁਰੂ ਹੋਇਆ। ਬਿਲਕੁਲ ਜੀ। ਹੁਣ ਮੇਰਾ ਨੈਕਸਟ ਕੁਐਸਚਨ ਇਹ ਹੈ ਕਿ ਯੂਜਲੀ ਇਹ ਚੀਜ਼ ਹੁੰਦੀ ਹੈ ਕਿ ਜਦੋਂ ਅਸੀਂ ਕੈਨੇਡਾ ਆਉਂਦੇ ਹਾਂ ਜਾਂ ਤਾਂ ਸਾਡਾ ਕੋਈ ਰਹਿ ਰਿਹਾ ਹੁੰਦਾ ਇੱਥੇ ਜਾਂ ਅਸੀਂ ਹੋਸਟਲ ਦੇ ਵਿੱਚ ਆਉਂਦੇ ਹਾਂ, ਸੋ when you stepped in, how was the first experience for you? Sorry, ਮੈਂ ਤੁਹਾਨੂੰ ਥੋੜਾ ਪਿੱਛੇ ਲੈ ਕੇ ਜਾ ਰਹੀ ਹਾਂ, but I needed it to be ਕਿਉਂਕਿ ਮੈਂ ਚਾਹੁੰਦੀ ਹਾਂ ਕਿ ਤੁਸੀਂ ਦੁਬਾਰਾ ਉਸ ਚੀਜ਼ ਨੂੰ ਯਾਦ ਕਰੋ ਕਿ ਉਹ ਐਕਸਪੀਰੀਅੰਸ ਤੁਹਾਡੇ ਲਈ ਕਿੱਦਾਂ ਦਾ ਸੀ ਤੇ ਉਹਨੂੰ ਰੀਜੈਵਨੇਟ ਕਰੋ ਕਿ ਕਿਵੇਂ ਦਾ ਸੀ, ਤੇ ਸਾਡੇ ਵਿਊਅਰਸ ਨੂੰ ਵੀ ਦੱਸੋ ਕਿ ਲਾਈਕ was the Canada like the same ਜਿਵੇਂ ਤੁਸੀਂ ਆਪਣੇ ਮਾਈਂਡ 'ਚ ਸੋਚਦੇ ਹੁੰਦੇ ਸੀ, ਡ੍ਰੀਮਸ 'ਚ ਸੋਚਦੇ ਸੀਗੇ ਕਿ it was different? ਵੈਸੇ ਤਾਂ ਮੋਸਟਲੀ ਜੋ ਪੰਜਾਬੀ ਹੁੰਦਾ ਉਹਨਾਂ ਦਾ ਕੋਈ ਨਾ ਕੋਈ ਰਿਸ਼ਤੇਦਾਰ ਹੁੰਦਾ, ਬਟ 8 ਸਾਲ ਪਹਿਲਾਂ ਤੱਕ ਇੱਥੇ ਬਹੁਤ ਜ਼ਿਆਦਾ ਰਿਸ਼ਤੇਦਾਰ ਨਹੀਂ ਸੀ। ਐਂਡ ਮੇਰੇ ਡੈਡ ਦੇ ਬੈਸਟ ਫਰੈਂਡ ਹੀ ਲਿਵਸ ਇਨ ਬਰੈਂਪਟਨ, ਸੋ ਉਹੀ ਲੈਣ ਆਏ ਸੀ, ਉਹਨਾਂ ਦੀ ਡਾਟਰ ਇਨ ਲਾਅ ਨਾਲ ਮੈਂ ਇੱਥੇ ਆਈ, ਸੋ ਦੇ ਸਪੋਰਟਡ ਅ ਲੋਟ ਇਨੀਸ਼ੀਅਲੀ। Would you like to thank them on the camera? I'm very thankful for like the whole support that I got, and especially ਜਦੋਂ initially ਤੁਹਾਨੂੰ ਬਿਲਕੁਲ ਹੀ ਨਹੀਂ ਪਤਾ ਹੁੰਦਾ, ਨਵੀਂ ਕੰਟਰੀ ਚ ਆਉਂਦੇ ਹੋ, and when there's somebody to receive you and ਕੁਝ ਘਰ ਲੈ ਕੇ ਦੇਣਾ ਜਿੱਥੇ ਰਹਿਣਾ ਹੈ, ਰਾਈਟ, ਛੋਟੀ ਚੀਜ਼ਾਂ ਬਹੁਤ ਇੰਪੋਰਟੈਂਟ ਹੋ ਜਾਂਦੀਆਂ। SIN ਨੰਬਰ ਕਿੱਦਾਂ ਲੈਣਾ ਹੈ, you don't know anybody, so yeah, I'm very grateful to the family, and also ਹੁਣ ਤੱਕ I think there's been very countless influences, and ਇਸ ਲਈ I also try to like pay back ਕਿ ਸਾਰਿਆਂ ਨੂੰ thank you karo and do the most you can do for the community. Definitely. Yeah. So and how was the first experience? First experience मैं जब बिल्कुल नवी आई सी, पहला था snow च land करो, you don't experience like it's so new, right? True. So जब मैं नवी आई मैंने सारे ने पूछी जाना कितना feel हो रहा है, and I was like अजय कुछ मैंने feel नहीं हो रहा। It same happened to me as well ਕਿ ਬੰਦੇ ਨੂੰ ਫੀਲ ਹੀ ਨਹੀਂ ਹੁੰਦਾ ਕਿ ਮੈਨੂੰ ਫੀਲ ਕਿਦਾਂ ਦਾ ਹੋ ਰਿਹਾ ਹੈ। ਤੁਸੀਂ ਵੀ ਸਨੋ ਚ ਆਏ ਸੀ ਪਹਿਲਾਂ? ਬਿਲਕੁਲ, ਡੈਫੀਨਿਟਲੀ ਮੇਰੇ ਲਈ ਵੀ ਇਹੀ ਐਕਸਪੀਰੀਅੰਸ ਸੀਗਾ ਸਨੋ ਦਾ। so how did you react then? ਫਿਰ ਕਿਦਾਂ ਦਾ ਐਕਸਪੀਰੀਅੰਸ ਸੀ? ਫਿਰ ਹੌਲੀ ਜਦ when you start making sense of things, so ਬਹੁਤ ਹੀ ਵੈਲਕਮਿੰਗ ਸਵੀਟ ਲੋਕ ਨੇ, ਡਿਫਰੈਂਟ ਕਲਚਰ ਤੁਹਾਨੂੰ ਫੀਲ ਹੁੰਦਾ ਹੈ। ਫਿਰ ਮੈਂ I think ਫਸਟ ਵੀਕ ਚ ਯੂਨੀਵਰਸਿਟੀ ਮੂਵ ਹੋ ਗਈ ਸੀ, ਐਂਡ ਜਿਹੜਾ ਪਹਿਲਾ ਰੂਮ ਲਿਆ ਸੀ I had one Hindu, one Christian, and then and then there was one Indian. So ਸਾਰੇ ਧਰਮਾਂ ਦੇ ਕੁੜੀਆਂ ਸੀ, right? So people from different communities. Yeah. So ਬਹੁਤ ਵਧੀਆ learning experience ਹੋ ਜਾਂਦਾ ਹੈ। ਤੁਸੀਂ ਇੱਕ ਹੀ ਸੋਚ ਹਮੇਸ਼ਾ ਨਹੀਂ ਲੈ ਕੇ ਚੱਲ ਸਕਦੇ, right? You're open to different experiences. So ਬਹੁਤ ਕੁਝ ਸਿੱਖਣ ਨੂੰ ਮਿਲਿਆ, and that shaped who I became today. Yeah, that's awesome. So ਮੈਂ ਹੁਣ ਥੋੜਾ ਜਿਹਾ ਤੁਹਾਡੇ ਐਜੂਕੇਸ਼ਨਲ ਚੀਜ਼ਾਂ ਵੱਲ ਜਾਣਾ ਚਾਹੂੰਗੀ, because you said that ਤੁਹਾਡੀ ਸਟੱਡੀ ਦਾ ਐਕਸਪੀਰੀਅੰਸ ਕਾਫੀ ਯੂਨੀਕ ਸੀ, because it was in the direction of research, right? So ਕਿਵੇਂ ਲਈ ਤੁਹਾਡੇ ਲਈ ਐਕਸਪੀਰੀਅੰਸ ਸੀਗਾ? ਮਤਲਬ ਜਿਵੇਂ ਤੁਸੀਂ ਕਿਹਾ ਕਿ ਯੂਨੀਵਰਸਿਟੀ ਆਫ ਵਾਟਰਲੂ was
such a dream for you, Yeah, right? ਤੇ yeah. ਕਿਵੇਂ ਤੁਹਾਨੂੰ ਤੁਸੀਂ ਦੇਖਿਆ ਜਦੋਂ ਯੂਨੀਵਰਸਿਟੀ ਗਏ, ਉਹ ਫੀਲ ਚੀਜ਼ ਕਿਵੇਂ ਹੋਈ ਕਿ ਮੈਂ ਇੱਥੇ ਹੁਣ ਕਰੂੰਗੀ, ਮੈਂ ਕਿਵੇਂ Yeah. ਕਰੂੰ? ਕਦੇ ਤੁਹਾਨੂੰ ਦਿਮਾਗ ਦੇ ਵਿੱਚ ਹੋਇਆ ਕਿ ਯਾਰ ਮਤਲਬ ਬਾਕੀ ਜਿਹੜੇ ਮੇਰੇ ਨਾਲ ਹੋਣਗੇ ਹੋ ਸਕਦਾ ਮੈਨੂੰ ਜ਼ਿਆਦਾ ਐਕਸਪੀਰੀਅੰਸ ਹੋਣਗੇ, Yeah. ਮੈਂ ਕਿਵੇਂ ਉਸ ਚੀਜ਼ ਨੂੰ ਹੈਂਡਲ ਕਰੂੰਗੀ? What was your reaction towards it? Yeah. ਯੂਨੀਵਰਸਿਟੀ ਵਾਟਰਲੂ ਮੇਰਾ ਜਿਵੇਂ ਉਹ ਡ੍ਰੀਮ ਸੀ, ਜਦ ਮੈਂ ਇੰਡੀਆ 'ਚ ਵੀ ਹੁੰਦੀ ਸੀ ਮੈਂ ਉਹ ਵਿਜ਼ੂਅਲਾਈਜ਼ ਕਰਦੀ ਹੁੰਦੀ ਸੀ ਕਿ ਇੱਦਾਂ ਵਾਲੀ ਬਿਲਡਿੰਗਸ ਵਿੱਚ ਜਾਊਂਗੀ ਐਂਡ ਦਿਸ ਇਜ਼ ਹਾਊ ਆਮ ਗੋਨਾ ਫੀਲ, ਰਾਈਟ? ਸੋ ਇਟ ਵਾਜ਼ ਦੈਟ ਕਾਈਂਡ ਆਫ ਲਾਈਕ ਆਈ ਵਾਜ਼ ਮੈਨੀਫੈਸਟਿੰਗ ਫॉर ਸਮ ਟਾਈਮ। ਉਹ ਵੀਡੀਓਜ਼ ਦੇਖਣੀਆਂ, ਫਿਰ ਮੈਂ ਅੱਖਾਂ ਬੰਦ ਕਰਕੇ ਸੋਚਣਾ ਕਿ ਆਹ ਵਾਲੀ ਲੇਕ ਦੇ ਕੋਲ ਕਿੱਦਾਂ ਫੀਲ ਹੋਏਗਾ ਮੈਨੂੰ ਜਾ ਕੇ। ਸੋ it was very overwhelming and ਬਹੁਤ, ਕਿਉਂਕਿ ਇੱਥੇ resources ਬਹੁਤ ਨੇ research ਦੇ, ਤੁਹਾਨੂੰ ਅਗਰ ਤੁਸੀਂ ਪੜ੍ਹਨਾ ਚਾਹੁੰਦੇ ਹੋ then they are here to support. So although there was ਬਹੁਤ culture shock, ਜਿਸ level of education and academics ਇੱਥੇ ਹੈਗਾ, it's not the same. Even if ਠੀਕ ਹੈ ਇੱਕ ਮਾਸਟਰਸ ਇੰਡੀਆ ਕੀਤੀ ਹੋਈ ਸੀ ਐਂਡ ਪੜ੍ਹਾਈ ਦਾ ਸ਼ੌਕ ਸੀ ਸਾਰਾ ਕੁਛ, ਪਰ ਫਿਰ ਵੀ ਬਹੁਤ ਅਲੱਗ ਸੀ। ਸੋ ਜਿੱਦਾਂ ਜੋ ਇੰਡੀਆ 'ਚ ਅਸੀਂ ਐਗਜ਼ਾਮਸ ਵਿੱਚ ਹੁੰਦਾ ਨਾ ਕਿ ਥੋੜ੍ਹੀਆਂ ਗੱਪਾਂ ਮਾਰ ਦੋ, ਆਨਸਰਸ ਲੰਬੇ ਲਿਖ ਦੋ, ਤੁਹਾਨੂੰ ਮਾਰਕਸ ਮਿਲ ਜਾਣਗੇ। ਸੋ ਇੱਥੇ ਰੀਅਲੀ ਯੂ ਹੈਵ ਟੂ ਲਾਈਕ solve the problem. So it was very very mathematical. ਕੁਝ ਕਲਾਸਿਸ ਤਾਂ ਬੈਠ ਕੇ ਮੈਂ ਸੋਚਦੀ ਸੀ ਕਿ ਯਾਰ ਇਹ ਤਾਂ ਸਾਰੇ ਬਹੁਤ ਹੀ ਜ਼ਿਆਦਾ ਸਮਾਰਟ ਲੋਕ ਨੇ, how do I even belong here? So but yeah, ਹੌਲੀ ਹੌਲੀ ਉਹ ਸਾਰਾ ਐਡਜਸਟ ਹੋ ਗਿਆ। ਬਿਲਕੁਲ, ਇਹ ਤੁਹਾਡੇ ਐਕਸਪੀਰੀਐਂਸਿਸ ਐਕਚੁਅਲੀ ਬੜੀ ਯੂਨੀਕ ਨੇ ਤੇ ਸੁਣਨ ਵਾਲੇ ਨੇ। ਆਪਾਂ ਇਸ ਚੀਜ਼ ਤੇ ਹੋਰ ਥੋੜੀ ਗੱਲਬਾਤ ਕਰਾਂਗੇ, ਸਪੈਸ਼ਲੀ ਕਲਚਰ ਸ਼ੌਕ ਤੇ ਸਟੱਡੀਜ਼ ਕਿੱਦਾਂ ਦੀ ਰਹੀ ਹੈ, ਪਰ ਮਿਲਦੇ ਹਾਂ ਜੀ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਵੈਲਕਮ ਬੈਕ ਟੂ ਦ ਸ਼ੋ ਐਵਰੀਵਨ। ਅਸੀਂ ਗੱਲ ਕਰ ਰਹੇ ਹਾਂ ਜੋਬਨਮੀਤ ਦੀ ਐਜੂਕੇਸ਼ਨਲ ਜਰਨੀ ਬਾਰੇ। ਹੁਣ ਥੋੜ੍ਹਾ ਜਿਹਾ ਮੈਂ ਇਸ ਚੀਜ਼ ਨੂੰ ਹੋਰ ਡੀਪ ਲੈ ਕੇ ਜਾਣਾ ਚਾਹੂੰਗੀ। ਜੋਬਨ, ਤੁਸੀਂ ਦੱਸ ਰਹੇ ਸੀ ਕਿ ਜਦੋਂ ਤੁਸੀਂ ਆਏ ਕਾਫੀ ਕਲਚਰਲ ਸ਼ੌਕ ਸੀ, ਬਹੁਤ ਸਾਰੀਆਂ ਚੀਜ਼ਾਂ ਜੋ ਤੁਸੀਂ ਫੇਸ ਕੀਤੀਆਂ। ਸੋ ਸਾਨੂੰ ਦੱਸੋ ਥੋੜ੍ਹਾ ਜਿਹਾ ਕਿਹੜਾ ਕਲਚਰਲ ਸ਼ੌਕ ਸੀ ਜਿਹੜਾ ਤੁਸੀਂ ਪਰਸਨਲੀ ਫੀਲ ਕੀਤਾ, ਐਂਡ ਦੈਨ ਤੁਸੀਂ ਉਹਨੂੰ ਕਿਵੇਂ ਆਪਣੇ ਆਪ ਦੇ ਵਿੱਚ, ਜਿਵੇਂ ਕਹਿੰਦੇ ਹੁੰਦੇ ਨੇ ਕਿ ਅਡਾਪਟ ਹੋਣਾ, ਕਿਵੇਂ ਤੁਸੀਂ ਅਡਾਪਟ ਹੋਏ? ਹਾਂਜੀ, ਆਈ ਥਿੰਕ ਇੰਡੀਆ ਵਿੱਚ ਕੰਮ, ਪੜ੍ਹਾਈ ਦੇ ਨਾਲ ਨਾਲ ਕੰਮ ਕਰਨ ਦੀ ਇੰਨੀ ਆਦਤ ਨਹੀਂ ਹੁੰਦੀ। ਉੱਥੇ ਲਾਈਕ ਪੈਂਪਰਡ ਕਿਡਸ, ਸਿਰਫ ਪੜ੍ਹੀ ਜਾਓ, ਮੰਮੀ ਡੈਡੀ ਸਾਰਾ ਕੁਛ ਕਰ ਲੈਣਗੇ। ਸੋ ਇੱਕਦਮ ਪਹਿਲਾਂ ਆ ਕੇ ਉਹ ਰਿਸਪੋਂਸਿਬਿਲਿਟੀ ਹੁੰਦੀ ਹੈ, ਨਵਾਂ ਦੇਸ਼, ਨਵੇਂ ਲੋਕ। ਸੋ ਅੰਡਰਸਟੈਂਡਿੰਗ ਆਲ ਆਫ ਦੈਟ, ਸਭ ਤੋਂ ਪਹਿਲਾਂ ਥੋੜ੍ਹਾ ਕੋਡ ਐਡਜਸਟ ਹੋਣ 'ਤੇ ਟਾਈਮ ਲੱਗਦਾ ਹੈ, ਐਂਡ ਫਿਰ ਥੋੜ੍ਹਾ ਐਜੂਕੇਸ਼ਨ ਸਿਸਟਮ ਡਿਫਰੈਂਟ ਹੋ ਜਾਂਦਾ ਹੈ। ਸੋ ਉਹ taking like creating a balance ਦੋਨੋਂ ਚੀਜ਼ਾਂ ਵਿੱਚ, it takes a little bit of time. So culture shock majorly was education system ਦਾ difference, professors ਕਿਸ ਤਰ੍ਹਾਂ expectations ਉਹਨਾਂ ਦੀਆਂ different ਹੁੰਦੀਆਂ। ਸੋ ਉਹ ਸਾਰਾ ਜੋ academically ਸਮਝਣ 'ਤੇ ਟਾਈਮ ਲੱਗਾ, ਉਨੀ ਦੇਰ 'ਚ ਤੁਹਾਡੀਆਂ ਕਿਉਂਕਿ ਸਾਰੇ ਖਰਚੇ ਦੀ ਜ਼ਿੰਮੇਵਾਰੀ ਆ ਜਾਂਦੀ ਹੈ। ਸੋ ਯੂ ਆਲਸੋ ਸਟਾਰਟ ਲੁਕਿੰਗ ਫॉर ਅੱਛਾ ਪਾਰਟ ਟਾਈਮ ਆਪਸ਼ਨਸ ਕੀ ਨੇ। ਐਂਡ ਕਿਉਂਕਿ ਮੇਰਾ ਨਾਲ ਨਾਲ ਰਿਸਰਚ ਵੀ ਸੀ, ਸੋ ਆਈ ਵਾਜ਼ ਆਲਸੋ ਡਿਪੈਂਡੈਂਟ ਔਨ ਮੇਰੇ ਐਕੈਡੈਮਿਕ ਸੁਪਰਵਾਈਜ਼ਰ, ਉਹ ਕੀ ਅਲਾਓ ਕਰਦੇ ਨੇ। ਸੋ ਉਹਨਾਂ ਨੇ ਅਲੱਗ ਰੂਲ ਬਣਾਏ ਹੋਏ ਸੀ ਕਿ ਨਹੀਂ ਤੁਸੀਂ 60 ਆਵਰਸ ਆ ਕੇ ਲੈਬ ਵਿੱਚ, ਰਿਸਰਚ ਲੈਬ ਵਿੱਚ ਕੰਮ ਕਰਨਾ ਹੈ। ਸੋ ਫਿਰ ਉਸ ਤੋਂ ਬਾਅਦ ਬਹੁਤ ਜ਼ਿਆਦਾ ਆਪਸ਼ਨ ਨਹੀਂ ਬਚਦੀ ਸੀ ਕਲਾਸਿਸ ਤੋਂ ਇਲਾਵਾ ਵੀ। ਹਾਂਜੀ ਹਾਂਜੀ, ਸੋ ਕਲਾਸਿਸ ਪਲੱਸ ਰਿਸਰਚ, ਕਿਉਂਕਿ ਰਿਸਰਚ ਵਾਲਿਆਂ ਲਈ ਉਨੇ ਜ਼ਿਆਦਾ ਤੁਸੀਂ ਕੋਰਸਿਸ ਨਹੀਂ ਕਰਨੇ ਹੁੰਦੇ, ਥੋੜੇ ਘੱਟ ਕਰਨੇ ਹੁੰਦੇ, ਸੋ ਇਸ ਲਈ ਕਲਾਸਿਸ ਵੀ ਘੱਟ ਹੋ ਜਾਂਦੀ ਹੈ। But yeah, so ਉਹ ਥੋੜੀ ਜਿਹੀ different kind of journey and different kind of challenges ਸੀ, but that is what makes it all a lot more worth it, right? ਕਿਉਂਕਿ it is not same as back home. Definitely not. ਹਾਂਜੀ because pressure ਪੈ ਜਾਂਦਾ, ਤੁਸੀਂ you are moving into a new country, right? and all together ਤੁਹਾਨੂੰ ਇਹ ਕਿਹਾ ਜਾਵੇ ਤੁਸੀਂ ਜੀ ਹੁਣ ਜਾ ਕੇ ਤੁਸੀਂ ਆਪਣੇ ਆਪ ਨੂੰ ਵੀ ਮੈਨੇਜ ਕਰਨਾ ਹੈ, ਤੁਸੀਂ ਸਟੱਡੀ ਵੀ ਮੈਨੇਜ ਕਰਨੀ ਹੈ, ਤੁਸੀਂ ਆਪਣੀ ਰਿਸਰਚ ਵੀ ਮੈਨੇਜ ਕਰਨੀ ਹੈ, and on the top of it you have to manage your expenses as well, because ਤੁਹਾਡੇ ਸਰਾਊਂਡਿੰਗ 'ਚ ਕੋਈ ਨਹੀਂ ਆ, ਹੈ ਨਾ? ਤੇ ਬੰਦੇ ਨੂੰ ਇਹ ਵੀ ਸਟ੍ਰੈਸ ਕਿਤੇ ਨਾ ਕਿਤੇ ਹੁੰਦਾ ਕਿਉਂਕਿ ਕਰੰਸੀ ਡਿਫਰੈਂਸ ਆ ਜਾਂਦਾ ਨਾ, ਆਪਣੀ ਇੰਡੀਆ ਦੀ ਕਰੰਸੀ ਤੇ ਇੱਧਰ ਦੀ ਕਰੰਸੀ 'ਚ ਡਿਫਰੈਂਸ ਹੈ, ਰਾਈਟ? ਸੋ ਬੰਦੇ ਨੂੰ ਹੁੰਦਾ ਕਿ ਮੈਂ ਆਪਣੇ ਐਕਸਪੈਂਸਿਸ ਵੀ ਦੇਖਣੇ ਨੇ, ਸੋ ਬਹੁਤ ਜ਼ਿਆਦਾ ਕੁਝ ਪਲੇਟ 'ਚ ਆ ਜਾਂਦਾ। ਕੰਮ ਕਰੋ, ਘਰ ਸੰਭੋ, ਖਾਣਾ ਬਣਾਓ, ਫਿਰ ਤੁਸੀਂ ਲਾਂਡਰੀ ਕਰੋ as the main work. True. So yeah, ਫਿਰ ਉਹ ਹੌਲੀ ਹੌਲੀ ਬੰਦਾ ਸਾਰਾ ਕੁਝ ਬੈਲੈਂਸ ਕਰਨਾ ਸਿੱਖ ਜਾਂਦਾ ਹੈ। ਐਂਡ ਫॉर ਮੀ ਪਰਸਨਲੀ ਕਿਉਂਕਿ ਮੈਨੂੰ ਸੀ ਕਿ ਪੜ੍ਹਾਈ ਲਈ ਟਾਈਮ ਕੱਢਣਾ ਹੈ ਪੂਰਾ, ਸੋ ਆਈ ਸਟਾਰਟਡ ਲੁਕਿੰਗ ਫॉर ਡਿਫਰੈਂਟ ਸਕਾਲਰਸ਼ਿਪ ਆਪਸ਼ਨਸ ਤਾਂ ਕਿ ਉਹਨਾਂ ਜ਼ਿਆਦਾ ਕੰਮ ਨਾ ਕਰਨਾ ਪਵੇ। ਐਂਡ
I think ਜਿਹੜੇ students international students ਹੁਣ ਦੇਖ ਰਹੇ हैं जो आना चाहते हैं I would like to say कि बहुत ज़्यादा support available है and अगर ਤੁਸੀਂ जाके student associations ਨਾਲ ਗੱਲ ਕਰੋ ਜਾਂ academic supervisors ਜਾਂ advisors ਜਿਹੜੇ college 'ਚ ਹੁੰਦੇ ਨੇ and if you're really interested ਜੇ ਪੜ੍ਹਾਈ ਦੇ ਰਸਤੇ ਤੇ ਜਾਣਾ ਹੈ and ਅੱਗੇ ਬਹੁਤ ਕੁਝ ਸਿੱਖਣਾ ਹੈ there's a lot of support available so ਕਿਉਂਕਿ I did get multiple scholarships and bursaries so उन्ना ज़्यादा pressure मेरे ते नहीं सी and I consider myself really blessed कि I could focus more on learning and studying and काफ़ी कुछ sacrifice भी करना पिया I remember पहले 6 महीने जब मैं आई सी क्योंकि Waterloo ची रहंदी सी so I had not even seen Toronto फिर मेरे mom and my brother they visited so तो मैं पहली बार Toronto उदो गई सी after the first time I came back right so हौली अगर ਤੁਹਾਡਾ goal ਹੈ ਪੜ੍ਹਾਈ ਕਰਨ ਦਾ and ਸਿੱਖਣ ਦਾ then you have all the resources here yeah true you said about like scholarships and bursaries so did you use any specific technique for that ਮਤਲਬ ਜਿਹੜੀ ਤੁਸੀਂ ਸਾਡੇ viewers ਨਾਲ share ਕਰਨੀ ਚਾਹੋ because not everybody is aware of these scholarships and bursaries ਕਿਉਂਕਿ ਹਰ ਜਗ੍ਹਾ available ਹੁੰਦੀਆਂ ਨੇ but ਬੱਚੇ ਥੋੜੇ hesitant feel ਕਰਦੇ ਨੇ ਉਹ ਸੋਚਦੇ ਨੇ ਕਿ might be they are for local people ਜਾਂ ਸਾਨੂੰ ਇੰਟਰਨੈਸ਼ਨਲ ਜੇ ਆਪਾਂ ਇੰਟਰਨੈਸ਼ਨਲ ਸਟੂਡੈਂਟ ਆ ਤਾਂ ਸਾਡੇ ਜਿਹੜੇ ਗ੍ਰੇਡਸ ਨੇ ਉਹ ਬਹੁਤ ਜ਼ਿਆਦਾ ਹਾਈ ਲੈਵਲ ਦੇ ਅੱਛੇ ਐਕਸਟਰਾਆਰਡੀਨਰੀ ਵਧੀਆ ਹੋਣੇ ਚਾਹੀਦੇ ਨੇ then we will be able to get that ਤੁਹਾਨੂੰ ਲੱਗਦਾ ਹੈ ਕਿ ਕੋਈ ਸਪੈਸੀਫਿਕ ਅਪਰੋਚ ਜਿਹੜੀ ਹੈ ਕਿ ਜਿਹੜੀ ਯੂਜ਼ ਹੋ ਸਕਦੀ ਹੈ ਜਿਵੇਂ ਤੁਸੀਂ ਕਿਹਾ ਹਰ ਇੱਕ ਕਾਲਜ ਯੂਨੀਵਰਸਿਟੀ ਵਿੱਚ ਕਾਫੀ ਰਿਸੋਰਸਿਸ ਨੇ and depending on what program you choose ਉਹ different domestic students ਲਈ different options ਨੇ and international ਲਈ ਅਲੱਗ ਨੇ ਮੈਨੂੰ ਜੋ bursaries ਮਿਲੀਆਂ like I did a lot of research and I used to go out and talk to ਜਿਵੇਂ graduate student association ਸੀ so ਬਹੁਤ helpful ਲੋਕ ਹੁੰਦੇ ਨੇ ਜੇ ਤੁਸੀਂ ਜਾ ਕੇ questions ਪੁੱਛੋ and if you are like genuinely interested they give you all the resources so ਮੇਰਾ ਕਿਉਂਕਿ STEM ਵਾਲੀ study ਸੀ science and technology ਨਾਲ related and ਇੱਕ bursary ਮੈਨੂੰ ਮਿਲੀ ਸੀ for like women in STEM yeah so ਕੰਮ ਕਰਨਾ ਪਿਆ ਸੀ ਉਹਦੇ ਲਈ like you write whole essays on why you think you deserve right and kuch minimum grades maintain karne pende but it depends kis tarah di scholarship li tusi apply kar rahe ho kuch international students li specially भी ਹੁੰਦੀਆਂ ਨੇ so ਉਹੀ ਜਿਵੇਂ ਮੈਂ ਕਹਿ ਰਹੀ ਅਗਰ ਤੁਹਾਡੀ ਪੜ੍ਹਾਈ 'ਚ ਤੁਹਾਡਾ ਇੰਟਰਸਟ ਹੈਗਾ then it's very much easy and then and even if there's nothing that exists there are still a lot of professors and a lot of other people who are here to support you so ਜਿਵੇਂ for some semesters ਜਦੋਂ ਮੈਨੂੰ bursary ਨਹੀਂ ਮਿਲੀ I could get a lot of teaching assistantship ਤੇ yeah so ਉਹਦੇ 'ਚ ਵੀ ਹੈਲਪ ਹੋ ਗਈ ਕਿਉਂਕਿ ਮੈਨੂੰ ਪੜ੍ਹਾਉਣ ਦਾ ਸ਼ੌਕ ਸੀ so ਉਹਦੇ 'ਚ I helped the professors so ਤੁਸੀਂ ਅਗਰ ਜੋ ਵੀ ਤੁਹਾਡੇ skills ਨੇ ਅਗਰ ਤੁਸੀਂ ਉਹ ਵੀ education ਦੇ related ਹੈਗੇ you can make a lot more money than other part-time jobs and this is the good way also because this is going to add in your resume as a strong point ਕਿਤੇ ਨਾ ਕਿਤੇ ਕਿਉਂਕਿ ਬੱਚੇ ਇਹਦੇ ਬਾਰੇ ਸੋਚਦੇ ਨਹੀਂ ਆ they usually go for either Tim Hortons ਜਾਂ McDonald's I'm not naming it as a wrong thing ਇਹ ਕੋਈ ਗਲਤ ਗੱਲ ਨਹੀਂ ਹੈ obviously ਤੁਸੀਂ ਬਹੁਤ ਸਾਰੀਆਂ ਚੀਜ਼ਾਂ ਉੱਥੋਂ ਵੀ ਸਿੱਖਦੇ ਹੋ but there are other options available right which we can explore ਜਿਹੜੇ ਮੈਨੂੰ ਲੱਗਦਾ ਕਿਤੇ ਨਾ ਕਿਤੇ ਆਪਾਂ ਲਿਮਿਟ ਕਰ ਦਿੰਦੇ ਆ ਤੇ ਉਹਨੂੰ ਨਹੀਂ ਐਕਸਪਲੋਰ ਕਰ ਪਾਉਂਦੇ ਸੋ ਲਾਈਕ all these were like ਇਹੀ ਤੁਹਾਡੀਆਂ ਪਾਰਟ ਟਾਈਮ ਜੌਬ ਸੀਗੀਆਂ ਕਿ ਇਸ ਤੋਂ ਇਲਾਵਾ ਵੀ ਤੁਸੀਂ ਆਊਟਸਾਈਡ ਆਫ ਦ ਯੂਨੀਵਰਸਿਟੀ ਵੀ ਕੋਈ ਕੰਮ ਕੀਤਾ ਮੇਰਾ mostly university ਵਿੱਚ ਹੀ ਕੰਮ ਸੀ but I also did food coach job so and I do say ਕਿ ਜਿਹੜਾ ਵੀ ਤੁਸੀਂ ਕੰਮ ਕਰੋ ਤੁਹਾਨੂੰ ਬਹੁਤ ਕੁਝ ਸਿਖਾ ਕੇ ਜਾਂਦਾ ਹੈ definitely yeah so even when there was like ਜੋ ਵੀ ਖਾਣਾ ਬਣਾਉਣਾ ਫੂਡ ਕੋਰਟ ਵਿੱਚ ਬਹੁਤ ਸਾਰੇ ਆਪਸ਼ਨ ਸੀ ਰਾਈਟ ਐਂਡ ਆਈ ਨੋ ਮੇਰੇ ਫਰੈਂਡਸ ਵੀ ਟਿਮ ਹਾਰਟਨਸ ਵਗੈਰਾ ਵਿੱਚ ਕੰਮ ਕਰਦੇ ਸੀ ਸੋ ਤੁਸੀਂ ਬਹੁਤ ਕੁਛ ਉਹ ਵਾਲੀ ਚੀਜ਼ਾਂ ਤੋਂ ਵੀ ਸਿੱਖਦੇ ਹੋ ਸੋ ਬੀ ਓਪਨ ਮਾਈਂਡਡ ਬਟ ਆ ਨਾ ਸੋਚੋ ਕਿ ਸਿਰਫ ਉਹੀ ਆਪਸ਼ਨਸ ਨੇ there's a lot more to explore and lot more to do ਮੈਨੂੰ ਯਾਦ ਹੈ ਕਿ ਜਦੋਂ ਉੱਥੇ ਫੂਡ ਕੋਰਟ 'ਚ ਕੰਮ ਕਰਦੀ ਸੀ and ਉੱਥੇ ਜਦੋਂ ਪਾਸਤਾ ਵਗੈਰਾ ਬਣਾਉਣਾ ਜਾਂ ਸਾਰਾ ਕੁਝ I would be so happy just doing that and because there would be like huge lineup university 'ਚ ਕਾਫੀ ਬੱਚੇ ਹੁੰਦੇ and ਉਹ ਕਹਿੰਦੇ ਸੀ
पहली बार बंदा देखा है जो आप पास्ता बनाते हैं बहुत खुश है. So I'm like that kind of person के जो मर्जी काम करा लो, I'll do it, like give it my 100%. So even जो वो पास्ता सॉस वगैरह बनानी है, सिक्खियां सारे दे वक्रे वक्रे नाम इंडिया च ते आप red sauce, white sauce बोल देंगे, right? But then you learn how it is actually made, and then you never know कि जो भी तुसी skill सीख रहे हो वो आगे कितने काम आएगा. Yeah. So हौली जिधे साडा interest है. So what I believe is अगर तुसी you start from a place of fear कि ओहो पैसे चाहिए and जल्दी कुछ मिल जाए, right? जब हुन I know there's a lot of competition, and especially अगर तुसी GTA region चो, there's a lot of students and less supply, right? हाँ जी. But अगर तुसी mindset strong रखो, you can still make it. You just need to figure out that how things are working, ਕਿਵੇਂ ਤੁਸੀਂ ਉਹਨੂੰ ਕਰਨਾ ਹੈ ਤੇ ਉਸ ਹਿਸਾਬ ਨਾਲ ਚੀਜ਼ਾਂ ਜਿਹੜੀਆਂ ਵਰਕ ਕਰਨੀਆਂ ਸਟਾਰਟ ਹੋ ਜਾਂਦੀਆਂ ਨੇ. I really like the idea ਕਿ ਤੁਸੀਂ ਇਕੱਲਾ ਯੂਨੀਵਰਸਿਟੀ ਦੇ ਵਿੱਚ ਕੰਮ ਨਹੀਂ ਕੀਤਾ, you also worked in hospitality sectors and with the same zeal. Which is very important, right? ਅਸੀਂ ਕਈ ਵਾਰ ਕੀ ਕਰਦੇ ਹਾਂ, ਅਸੀਂ ਠੀਕ ਹੈ we are doing that survival job, but ਉਹ survival job ਵੀ ਜਿਹੜੀ ਅਸੀਂ ਹੁੰਦੀ ਹੈ ਨਾ, ਅਸੀਂ ਇਦਾਂ ਕਰ ਰਹੇ ਹੁੰਦੇ ਹਾਂ ਕਿ ਯਾਰ ਕਿਉਂ ਕਰਨੀ ਪੈ ਰਹੀ ਹੈ, ਮਤਲਬ ਉਹਨੂੰ ਵੀ ਇਦਾਂ. But if you are doing that job with the same zeal, ਤੁਸੀਂ people skills ਸਿੱਖਦੇ ਹੋ, ਤੁਸੀਂ communication skills ਸਿੱਖਦੇ ਹੋ. ਜਿਹੜੀ ਮੈਨੂੰ ਲੱਗਦੀ ਸਭ ਤੋਂ ਇੰਪੋਰਟੈਂਟ ਗੱਲ ਹੈਗੀ ਆ ਉਹ ਇਹ ਹੈ ਕਿ ਤੁਸੀਂ ਇਹ ਚੀਜ਼ ਸਿੱਖਦੇ ਹੋ ਕਿ ਜੇ ਕੋਈ ਏਦਾਂ ਦਾ ਕਸਟਮਰ ਆ ਰਿਹਾ ਹੈ ਜਿਹੜਾ ਕਿ ਬਹੁਤ ਮੁਸ਼ਕਿਲ ਹੈ, ਜਿਹਨੂੰ ਹਾਰਡਲੀ ਡੀਲ ਕਰਨਾ ਪੈਂਦਾ ਹੈ ਮੋਸਟਲੀ, ਤੇ ਉਹ ਚੀਜ਼ ਤੁਹਾਨੂੰ ਆ ਜਾਂਦੀ ਹੈ ਕਿਤੇ ਨਾ ਕਿਤੇ, ਜੋ ਕਿ ਮਤਲਬ ਮੈਨੂੰ ਲੱਗਦਾ ਇਹ ਸਾਰੇ ਸੌਫਟ ਸਕਿੱਲਸ ਫਿਰ ਕਿਤੇ ਨਾ ਕਿਤੇ ਅਲਟੀਮੇਟਲੀ ਤੁਹਾਡੀ ਪ੍ਰੋਫੈਸ਼ਨਲ ਲਾਈਫ ਦੇ ਵਿੱਚ ਕਿਤੇ ਨਾ ਕਿਤੇ ਕੰਟਰੀਬਿਊਟ ਕਰਦੇ ਨੇ. ਬਿਲਕੁਲ ਟਾਈਮ ਮੈਨੇਜਮੈਂਟ ਬਹੁਤ ਜ਼ਿਆਦਾ, ਕਿਉਂਕਿ ਮੈਨੂੰ ਯਾਦ ਹੈ ਕਿ ਉਹ ਜੋ ਸ਼ਿਫਟ ਸਟਾਰਟ ਹੁੰਦੀ ਸੀ, ਸੋ ਯੂ ਹੈਡ to swipe the card. So 1 minute ਵੀ late ਹੋ ਜਾਓ, because there was a lot of contest, ਉੱਥੇ different students were waiting for the same shift. ਅਗਰ ਤੁਸੀਂ ਥੋੜੀ ਦੇਰ ਵੀ late ਜਾਂਦੇ ਸੀ, ਉਹ ਅਗਲੇ ਸਟੂਡੈਂਟ ਨੂੰ ਦੇ ਦਿੰਦੇ ਸੀ. True that. You have to be right on time. Definitely. ਆਪਾਂ ਇਹ ਸਾਰੀਆਂ ਚੀਜ਼ਾਂ ਬਾਰੇ ਹੁਣ ਗੱਲ ਕੀਤੀ ਹੈ ਕਿ ਸੌਫਟ ਸਕਿੱਲਸ ਕਿੰਨੇ ਇੰਪੋਰਟੈਂਟ ਨੇ ਜੋਬਨ. ਹੁਣ ਮੈਂ ਥੋੜਾ ਜਿਹਾ ਤੁਹਾਡੀ ਪ੍ਰੋਫੈਸ਼ਨਲ ਜਰਨੀ ਤੇ ਜਾਊਂਗੀ, ਪਰ ਮਿਲਦੇ ਹਾਂ ਆਪਾਂ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ. ਵੈਲਕਮ ਬੈਕ ਟੂ ਦ ਸ਼ੋ एवरीवन. ਹੁਣ ਤੱਕ ਅਸੀਂ ਜੋਬਨਮੀਤ ਦੀ ਜਰਨੀ ਬਾਰੇ ਗੱਲ ਕਰ ਰਹੇ ਹਾਂ ਤੇ ਆਪਾਂ ਕੀ ਕਵਰ ਕੀਤਾ, ਉਹਨਾਂ ਦੀ ਇਨੀਸ਼ੀਅਲ ਜਰਨੀ ਤੇ ਉਹਨਾਂ ਦੀ ਐਜੂਕੇਸ਼ਨਲ ਜਰਨੀ. ਹੁਣ ਜੋਬਨਮੀਤ ਮੈਂ ਥੋੜਾ ਜਿਹਾ ਅੱਗੇ ਵਧਣਾ ਚਾਹੂੰਗੀ ਐਂਡ ਆਈ ਵੁੱਡ ਲਵ ਟੂ ਨੋ ਅਬਾਊਟ ਯੋਰ ਪ੍ਰੋਫੈਸ਼ਨਲ ਜਰਨੀ ਐਜ਼ ਵੈਲ, ਕਿ ਹੁਣ ਸਟੱਡੀ ਫਿਨਿਸ਼ ਹੋ ਗਈ ਹੈ, ਜੋਬਨਮੀਤ ਇਜ਼ ਆਲ ਰੈਡੀ ਟੂ ਟੇਕ ਅ ਸਟੈਪ ਇਨ ਹਰ ਪ੍ਰੋਫੈਸ਼ਨਲ ਜਰਨੀ, ਤੇ ਉਹ ਕਿੱਦਾਂ ਸ਼ੁਰੂ ਹੋਈ, ਕਿੱਦਾਂ ਤੁਹਾਨੂੰ ਪਤਾ ਲੱਗਾ ਕਿ ਠੀਕ ਹੈ ਆਈ ਐਮ ਮੈਂਟ ਫॉर ਦਿਸ ਇੰਡਸਟਰੀ ਤੇ ਮੈਂ ਇਹਦੇ 'ਚ ਜ਼ਿਆਦਾ ਬੈਟਰ ਕਰ ਸਕਦੀ ਹਾਂ. Towards the end of my master's, मेरी research सारी engineering which सी, so electrical and communication, and जो research भी सी वो सारी Canadian government ली. I was working on better alert system for floods, कि जब floods आन mobile networks बंद हो जान किस तरह connection बने रहे. So complete pure engineering. But then I realized कि the kind of personality I have, I cannot sit in a corner and just work on research. So I thrive with people. लोगों नाल काम करके ज़्यादा मज़ा आता है. So towards the end of my masters, मैं ज़्यादा business के courses शुरू किए and entrepreneurship के courses शुरू किए. And because University of Waterloo दे incubator बहुत वधिया है, so जो नवे companies startups उत्थे होंदी हैं उन्हां नूं बहुत support करते हैं. So I was very excited. I was like आ चीज़ करनी है, अपनी company होनी चाहिए है. So I did work with a lot of new companies, new startups, and एक उत्थे ही students ने शुरू की सी एक नवी company, and that was to help other students from all over the world to apply and come study, especially Canada. But holi US भी काफी strong हो गया. So I was very interested. I was like, okay, because I am international student and they are doing pretty well. उन्होंने बहुत वधिया company बना रहे सी, and I wanted to start and learn how are they making the company, ताकि फिर मैं अपनी कर सका. So उत्थे 5 साल पहला शुरू किया and हौली different roles ਵਿੱਚ ਕੰਮ ਕੀਤਾ, क्योंकि जिवें ਅਸੀਂ ਪਹਿਲਾਂ ਗੱਲ ਕਰ ਰਹੇ ਸੀ ਕਿ ਤੁਸੀਂ ਜੋ ਵੀ ਕੰਮ ਕਰੋ या जो भी सीखो पढ़ाई करो किते ना किते काम आ जाती है. So even when it was not 100% engineering related चीज़ां, so मैं पहला sales, customer experience and जो पढ़ाई दा भी पहला किता सी. थोड़ा इंडिया विच भी I used to teach, and University Waterloo तो भी teaching certification लई. So वो teaching दा जो experience ही, then I started creating trainings and sales enablement दा काम.
and because I could do variety of things, so I did do a lot of different roles Mhm. आवली job ਵਿੱਚ, and ਸਭ ਤੋਂ ਵਧੀਆ ਚੀਜ਼ ਹੁੰਦੀ ਸੀ ਕਿ you can see the impact you are creating. So we did change a lot of lives, and जो experience आप ਕੀਤਾ ਸੀ ਇੱਥੇ as an international student, and you could pass that on, and you could change other people's lives as well, so that was really good. And फिर product management ਵਿੱਚ ਉੱਥੇ ਮੌਕਾ ਮਿਲਿਆ, so from all sides I created that software development. So basically ਤੁਸੀਂ horizontally ਕਾਫੀ ਜ਼ਿਆਦਾ grow ਕੀਤਾ, ਮਤਲਬ different department, one department to other department and then other department. ਹਾਂਜੀ So ਕਾਫੀ new learnings ਤੁਹਾਡੇ ਲਈ ਹਮੇਸ਼ਾ ਹੀ ਰਹੀਆਂ ਹੋਣਗੀਆਂ। ਹਾਂਜੀ yes. So sometimes ਜਦੋਂ ਤੁਸੀਂ ਨਵੇਂ ਰੋਲ ਸ਼ੁਰੂਆਤ ਕਰਦੇ ਹੋ, then you kind of have to start from zero. Indeed. Yeah, so but I was always ready for it ਕਿ ਸਭ ਤੋਂ ਜ਼ਰੂਰੀ ਚੀਜ਼ ਸੀ ਕਿ ਸਿੱਖਣਾ and ਦੂਜਿਆਂ ਨੂੰ ਸਿਖਾਣਾ and ਵਾਪਸ ਦੇਣਾ, right? And if you are good at collaboration and working with people, so it gives you like a lot of joy. So ਉਹ company ਵਿੱਚ ਵੀ ਕੰਮ ਕਰਦੇ ਹਾਂ because I was like very happy person, and I'm like ਹਰ ਇੱਕ ਦਿਨ ਹੀ ਬਹੁਤ ਖੁਸ਼ ਹੋ ਕੇ ਜੀਣਾ. So because of all of that, they also started calling me Joy. And ਕਈ ਵਾਰ ਇਦਾਂ ਲੱਗਦਾ ਨਾ ਕਿ ਹਾਂ ਜੋਬਨਮੀਤ, so very funny story, like my then CEO, when we started, he was like, your name is a little difficult, Jobinmeet, right? So ਹੋਰ ਕੋਈ ਨਾਮ ਹੈਗਾ? And ਮੇਰਾ ਭਰਾ ਮੈਨੂੰ Joy ਬੁਲਾਉਂਦਾ ਸੀ. I'm like, okay, how's Joy? It's like perfect. So everybody started calling me Joy, and then everybody would say okay, this is who you really are, because that's something ਜੋ ਅੰਦਰੋਂ ਆਪ ਹੀ ਆ ਜਾਂਦਾ ਸੀ। ਹਾਂਜੀ, ਸੋ ਨੋ ਮੈਟਰ ਮੈਂ ਕਿਹੜਾ ਰੋਲ ਕਰ ਰਹੀ ਸੀ, ਚਾਹੇ ਉਹ ਸੇਲਸ ਇਨੇਬਲਮੈਂਟ ਦਾ ਸੀ, ਚਾਹੇ ਉਹ ਪ੍ਰੋਡਕਟ ਦਾ ਸਾਰਾ ਸੀ, ਜਿੰਨੇ ਮਰਜੀ ਸਟ੍ਰੈਟਜੀ, ਐਂਡ ਚਾਹੇ even when there were people reporting to me, if you would go and ask anybody, they would be like, she's so kind, she's so loving, in her strength, and I'm like, this is one thing that stands out. So they energy pass on ਹੁੰਦੇ ਜਾਣਾ and actually this is something very good. ਮੈਨੂੰ ਲੱਗਦਾ ਹੁੰਦਾ ਕਿ ਜਦੋਂ ਤੁਸੀਂ ਕਿਤੇ ਵੀ ਜਾਂਦੇ ਹੋ, doesn't matter, ਭਾਵੇਂ ਉਹ ਤੁਸੀਂ ਮੰਦਿਰ ਜਾ ਰਹੇ ਹੋ, ਭਾਵੇਂ ਉਹ ਤੁਸੀਂ ਆਪਣੀ ਵਰਕ ਪਲੇਸ ਤੇ ਜਾ ਰਹੇ ਹੋ, ਘਰ ਜਾ ਰਹੇ ਹੋ, your energy matters. ਜੇ ਉਹ એનર્ਜੀ ਦੀ ਫ੍ਰੀਕੁਐਂਸੀ ਕਿਤੇ ਨਾ ਕਿਤੇ ਅੱਛੀ ਹੈ ਨਾ, ਤੇ ਉਹ ਦੂਜੇ ਬੰਦੇ ਨੂੰ ਸੈਂਸ ਹੋਣ ਲੱਗ ਪੈਂਦੀ ਹੈ, ਤੇ ਕਿਤੇ ਨਾ ਕਿਤੇ ਜੇ ਉਹਦਾ ਮੂਡ ਨਹੀਂ ਵੀ ਸਹੀ ਨਾ, ਤਾਂ ਜਸਟ ਤੁਹਾਨੂੰ ਦੇਖ ਕੇ, ਤੁਹਾਡੀ ਸਮਾਈਲ ਦੇਖ ਕੇ ਖੁਸ਼ ਹੋ ਜਾਂਦਾ ਕਿ ਨਹੀਂ, I should be happy because I am in that surrounding now, I am feeling safe. ਤੇ ਕਿਤੇ ਨਾ ਕਿਤੇ ਉਹ ਥੋੜਾ ਜਿਹਾ ਹੁੰਦਾ। ਹੁਣ ਮੈਂ ਥੋੜਾ ਜਿਹਾ ਇਸ ਚੀਜ਼ ਨੂੰ ਹੋਰ ਅੱਗੇ ਲੈ ਕੇ ਜਾਊਂਗੀ। ਜੋਬਨ, ਤੁਸੀਂ ਆਪਣੀ ਐਂਟਰਪ੍ਰੀਨਿਓਰ ਜਰਨੀ ਸਟਾਰਟ ਕੀਤੀ ਐਜ਼ ਅ ਕੋਚ ਨਾਓ, ਰਾਈਟ? ਤੇ ਮੈਂ ਥੋੜਾ ਜਿਹਾ, ਕਿਉਂਕਿ ਯੂਜਲੀ ਹੁੰਦਾ ਕਿ ਇੱਕ ਬੰਦੇ ਦੇ ਸਟਾਰਟਿੰਗ ਚ ਮਨ ਚ ਹੁੰਦਾ ਨਾ ਕਿ ਮੈਂ ਐਂਟਰਪ੍ਰੀਨਿਓਰ ਜਰਨੀ ਆਪਣੀ ਸਟਾਰਟ ਕਰਨੀ ਹੈ, ਤੇ ਇਹਦਾ ਸਿਲਸਿਲਾ ਕਿਵੇਂ ਬਣਿਆ? ਥੋੜਾ ਜਿਹਾ ਮਤਲਬ ਵਾਜ਼ ਦੇਅਰ ਸਮਥਿੰਗ ਕਿ ਇਸ ਚੀਜ਼ ਨਾਲ ਰਿਲੇਟੇਬਲ ਸੀ, ਜਾਂ ਕਿਸੇ ਚੀਜ਼ ਨੇ ਤੁਹਾਨੂੰ ਮੋਟੀਵੇਟ ਕੀਤਾ, ਜਾਂ ਕੋਈ ਏਦਾਂ ਦਾ ਚੀਜ਼ ਸੀਗੀ ਜਿਹੜੀ ਲੋਕੀ ਕੰਸੀਡਰ ਕਰਦੇ ਨੇ ਐਜ਼ ਅ ਫੇਲੀਅਰ, ਉਹਨੇ ਤੁਹਾਨੂੰ ਮੋਟੀਵੇਟ ਕੀਤਾ? ਕੀ ਚੀਜ਼ ਕੀ ਸੀ ਇਹ? I think a combination of all of these things. So ਜਿਵੇਂ even as a student University of Waterloo ਚ ਮੈਂ ਬਹੁਤ ਸਾਰੀਆਂ ਕੰਪਨੀਜ਼ ਸਕੇਲ ਅਪ ਹੁੰਦੀਆਂ ਦੇਖੀਆਂ ਸੀ, ਬਹੁਤ ਸਕਸੈਸ ਦੇਖਿਆ ਸੀ ਉਹਨਾਂ ਦਾ, and I was like, ਆਹ ਮਾਈਂਡਸੈਟ ਬਹੁਤ ਵਧੀਆ ਹੈ ਕਿ ਤੁਸੀਂ ਹਮੇਸ਼ਾ ਸਿੱਖਦੇ ਰਹਿੰਦੇ ਹੋ, and ਤੁਸੀਂ ਹਮੇਸ਼ਾ ਚੇਂਜ ਹੁੰਦਾ ਹੈ, and then there's no limitation ਕਿ ਤੁਸੀਂ, you're not defined by one title, and you're not defined by one box, ਤੁਸੀਂ ਜੋ ਮਰਜ਼ੀ ਕਰ ਸਕਦੇ ਹੋ। ਸੋ ਮੈਨੂੰ ਹਮੇਸ਼ਾ ਹੀ ਉਹ ਬਹੁਤ ਜ਼ਿਆਦਾ ਇੰਸਪਾਇਰ ਕਰਦਾ ਸੀ, and especially because like BlackBerry ਵੀ University Waterloo ਤੋਂ ਸ਼ੁਰੂ ਹੋਈ ਹੈ, ਸੋ ਉਹ ਸਾਰੇ ਨਾ success ਦੀਆਂ stories, I was like, this is something I want to do eventually. So even when my corporate job ਸ਼ੁਰੂ ਕੀਤੀ ਸੀ, but I had that entrepreneurial mindset ਹਮੇਸ਼ਾ ਕਿ ਜੋ ਮਰਜ਼ੀ title ਹੋਵੇ, I would always go out and be like, this is how we can do things differently, and business ਨੂੰ ਇੱਦਾਂ ਫਾਇਦਾ ਹੋ ਸਕਦਾ, like even going to the CEO and the president and being like, this is what we can change. So I was not contained by like one label. So ਉਹ ਸਾਰਾ ਕੁਛ ਹੌਲੀ ਤਿਆਰ ਹੋ ਰਿਹਾ ਸੀ, and because of ਜਿਵੇਂ ਤੁਸੀਂ ਕਿਹਾ failure and pain and struggle and challenges, those shape a person, right? So ਉਹਦੇ ਨਾਲ ਹੀ this was slowly creating space for this new journey. So like how was it, like ਜਦੋਂ ਇਹ transition ਹੋਇਆ ਤੁਹਾਡੇ ਲਈ ਕਿਦਾਂ ਦਾ ਸੀਗਾ? How was your reaction to it? Sometimes transitions are like very sudden and you're not prepared, but I guess ਕਿਉਂਕਿ ਤੁਸੀਂ ਹੌਲੀ ਪਹਿਲਾਂ ਹੀ ਤਿਆਰ ਹੋ ਰਹੇ ਹੁੰਦੇ ਹੋ ਸਭ ਚੀਜ਼ਾਂ ਲਈ,
So even when I was working in product management या दूसरे roles see, the strength or the biggest joy and passion was अच्छा company च किसी ਨੂੰ कोई problem हो रही है, they are having a panic attack, the first person they would think about is like मैं ਇਹਦੇ ਕੋਲ ਜਾਨੀ I would feel strength. Or even my CEO would come to me and be like मेरी ना board ਦੀ meeting है, give me some meditation, give me something that strengthens me. So I knew that this is something which I wanted to do more of. Basically you were radiating that unknowingly. Now you must be making sense of it. But ਪਹਿਲਾਂ ਤੁਸੀਂ ਉਹ ਚੀਜ਼ ਨੂੰ ਰੇਡੀਏਟ ਕਰਦੇ ਸੀ ਪਰ unknowingly ਕਰਦੇ ਸੀ ਕਿਉਂਕਿ ਤੁਸੀਂ ਜਿੱਥੇ ਵੀ ਜਾਂਦੇ ਸੀ ਉਹ ਕਿਤੇ ਨਾ ਕਿਤੇ ਅਗਲੇ ਪਰਸਨ ਨੂੰ ਪਹੁੰਚਦੀ ਸੀ ਤੇ ਉਹ ਪਰਸਨ ਨੂੰ ਫੀਲ ਹੁੰਦਾ ਸੀ ਕਿ ਯਾਰ ਨਹੀਂ ਇਹਦੇ ਚ ਕੁਝ ਤਾਂ ਹੈ ਜਿਹੜਾ ਮੈਨੂੰ ਆ ਰਿਹਾ ਹੈ ਤੇ ਜਿਹੜਾ ਬੜਾ ਪੋਜ਼ਿਟਿਵਲੀ ਆ ਰਿਹਾ ਹੈ ਹਾਂਜੀ ਕਿਤੇ ਨਾ ਕਿਤੇ ਸੋ ਜਦੋਂ ਤੁਹਾਨੂੰ ਇਹ ਰਿਅਲਾਈਜ਼ੇਸ਼ਨ ਹੋਈ ਸੋ ਮਤਲਬ ਬੇਸਿਕਲੀ ਇਟ ਵਾਜ਼ ਐਟ ਦ ਬੈਕ ਆਫ ਯੋਰ ਮਾਈਂਡ quite a long time back but ਇਹਦੀ realization ਕਿਤੇ ਨਾ ਕਿਤੇ ਤੁਸੀਂ ਇਹ ਕਹੋਗੇ ਕਿ ਹੁਣ ਹੀ start ਹੋਈ ਕਿਤੇ ਨਾ ਕਿਤੇ ਇਸ time ਦੇ ਵਿੱਚ right ਹਾਂਜੀ ਬਿਲਕੁਲ and how do you consider this time is this the best time to have it or what ਕਿਉਂਕਿ mostly ਸਾਨੂੰ ਇਹ ਲੱਗਦਾ ਹੁੰਦਾ ਹੈ ਜਦੋਂ ਕੋਈ ਇਦਾਂ ਦਾ transition ਹੋਣਾ ਹੁੰਦਾ ਨਾ ਸਾਨੂੰ ਇਹ ਲੱਗਦਾ ਹੁੰਦਾ ਯਾਰ ਮੈਂ ਹੁਣ start ਕਰ ਰਹੀ ਹਾਂ I should have started few years back yeah ਏਦਾਂ ਕਰਨਾ ਚਾਹੀਦਾ ਸੀ so how was it for you if you would like to explain it in 2 words it was life changing ਹਾਂਜੀ I think you explained it beautifully ਕਈ ਵਾਰ ਤੁਹਾਡੇ ਅੰਦਰ ਇੱਕ ਆਈਡੀਆ ਹੁੰਦਾ and you have that seed but you don't know ਕਿ ਉਹ ਕਿੰਨਾ ਵੱਡਾ passion ਬਣ ਸਕਦਾ ਹੈ and sometimes you don't believe that it could like come out and actually change people's lives it was slowly ਜਿਹਦੇ ਨਾਲ ਵੀ ਮੈਂ ਕੰਮ ਕਰ ਰਹੀ ਸੀ not from the sense of okay this maybe I'll turn this into a business one day but it was something I loved doing and then they would be like hey you're made to change millions of people's lives and now when I have the time and opportunity I'm like okay jo maybe this is what I'm here for so ਕਿਉਂਕਿ ਆਪ ਇੰਨਾ ਕੁਝ ਸਿੱਖਿਆ I had that fire in me ਕਿ ਜਦੋਂ ਤੁਸੀਂ ਇੱਕ ਵਾਰ ਸਫਰ ਕਰ ਰਹੇ ਹੁੰਦੇ ਨਾ when you are in that dark pit ਤੁਹਾਨੂੰ ਲੱਗਦਾ ਕਿ ਕੋਈ ਆ ਕੇ ਥੋੜਾ ਜਿਹਾ ਸਹਾਰਾ ਦੇ ਬਿਲਕੁਲ ਤਿਨਕੇ ਨੂੰ ਕਹਿੰਦੇ ਹੁੰਦੇ ਨੇ ਡੁੱਬਦੇ ਨੂੰ ਤਿਨਕੇ ਦਾ ਸਹਾਰਾ ਹੁੰਦਾ ਹੈ ਉਹ ਕਿਤੇ ਨਾ ਕਿਤੇ ਗੱਲ ਹੈਗੀ ਹੈ ਬਹੁਤ ਜ਼ਿਆਦਾ ਰਿਲੇਟੇਬਲ ਹੈ ਐਕਚੁਅਲੀ ਇਹ ਹੁੰਦਾ ਵੀ ਹੈ ਏਦਾਂ ਕਿਤੇ ਨਾ ਕਿਤੇ ਅਸੀਂ ਸਾਰੇ ਹੀ ਫੀਲ ਕਰਦੇ ਹਾਂ ਕਿ ਉਹ ਐਕਚੁਅਲੀ ਸਾਨੂੰ ਨਹੀਂ ਪਤਾ ਹੁੰਦਾ ਪਰ ਕਿਤੇ ਨਾ ਕਿਤੇ ਅਸੀਂ ਉਹ ਸੀਡ ਨੂੰ ਹੌਲੀ ਹੌਲੀ ਪਾਣੀ ਦੇ ਰਹੇ ਹੁੰਦੇ ਆ ਤੇ ਉਹ ਹੌਲੀ ਹੌਲੀ ਉਹ ਕਦੋਂ ਇੱਕ ਛੋਟਾ ਜਿਹਾ ਸਾਡੇ ਅੰਦਰ ਪਲਾਂਟ ਬਣਨਾ ਸ਼ੁਰੂ ਹੁੰਦਾ ਤੇ ਹੌਲੀ ਹੌਲੀ ਇੱਕ ਟਰੀ ਦੀ ਤਰ੍ਹਾਂ ਬਣਨਾ ਸਟਾਰਟ ਹੋ ਜਾਂਦਾ ਸਾਨੂੰ ਖੁਦ ਨੂੰ ਨਹੀਂ ਪਤਾ ਲੱਗਦਾ ਜੋ ਬਨ ਇਸ ਤੇ ਗੱਲਬਾਤ ਦਾ ਸਿਲਸਿਲਾ ਥੋੜਾ ਹੋਰ ਜਾਰੀ ਰਹੇਗਾ ਪਰ ਮਿਲਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਵੈਲਕਮ ਬੈਕ ਟੂ ਦ ਸ਼ੋ एवरीवन ਆਪਾਂ ਗੱਲ ਕਰ ਰਹੇ ਹਾਂ ਜੋਬਨਮੀਤ ਦੀ ਐਂਟਰਪ੍ਰੀਨਿਓਰੀਅਲ ਜਰਨੀ ਬਾਰੇ ਤੇ ਹੁਣ ਤੱਕ ਸਾਨੂੰ ਬਹੁਤ ਸਾਰੀਆਂ ਚੀਜ਼ਾਂ ਜੋਬਨਮੀਤ ਨੇ ਦੱਸੀਆਂ ਜਿਹੜੀਆਂ ਕਿ ਲਾਈਫ ਵਿੱਚ ਬਹੁਤ ਜ਼ਿਆਦਾ ਇੰਪੋਰਟੈਂਟ ਆ ਤੇ ਉਹੀ ਚੀਜ਼ ਨੂੰ ਮੈਂ ਹੁਣ ਥੋੜਾ ਕੰਟੀਨਿਊ ਕਰਨਾ ਚਾਹੂੰਗੀ ਜੋਬਨ ਤੁਸੀਂ ਗੱਲ ਕਰ ਰਹੇ ਸੀਗੇ ਕਿ ਮਾਈਂਡਸੈਟ ਕਿੰਨਾ ਜ਼ਿਆਦਾ ਇੰਪੋਰਟੈਂਟ ਹੈ ਤਾਂ ਤੁਸੀਂ ਮਾਈਂਡਸੈਟ ਦੇ ਅਰਾਊਂਡ ਹੀ ਵਰਕ ਕਰ ਰਹੇ ਹੋ ਅੱਜ ਕੱਲ੍ਹ ਸੋ ਮੈਨੂੰ ਥੋੜ੍ਹਾ ਜਿਹਾ ਦੱਸੋ ਕਿ ਤੁਸੀਂ ਕੀ ਚੱਲ ਰਿਹਾ ਅੱਜ ਕੱਲ੍ਹ ਥੋੜ੍ਹਾ ਜਿਹਾ ਸਾਨੂੰ ਆਪਣੇ ਪਿਟਾਰੇ 'ਚੋਂ ਸਾਡੇ ਦਰਸ਼ਕਾਂ ਨੂੰ ਦੱਸਿਓ ਕਿ ਕੀ ਕਰ ਰਹੀ ਹੈ ਜੋਬਨਮੀਤ ਡਿਫਰੈਂਟ ਕਰਨ ਵਾਸਤੇ ਲੋਕਾਂ ਦੀ ਲਾਈਫ ਨੂੰ ਫੁਲਫਿਲ ਕਰਨ ਵਾਸਤੇ ਉਹਨਾਂ ਦੀ ਲਾਈਫ 'ਚ ਜੋਏ ਲਿਆਉਣ ਵਾਸਤੇ ਹਾਂਜੀ ਸੋ ਜਿਵੇਂ ਤੁਸੀਂ ਕਿਹਾ ਮਾਈਂਡਸੈਟ ਸਭ ਤੋਂ ਜ਼ਰੂਰੀ ਚੀਜ਼ ਹੁੰਦੀ ਹੈ ਜਿਵੇਂ ਅਸੀਂ ਸੋਚਦੇ ਹਾਂ ਜੋ ਸਾਡੀ ਸਟਰੈਂਥ ਹੁੰਦੀ ਆ ਜੋ ਸਾਡੇ ਸੈਲਫ ਕਨਸੈਪਟ ਇੱਕ ਚੀਜ਼ ਹੁੰਦੀ ਹੈ ਕਿ ਜਿਵੇਂ ਅਸੀਂ ਆਪਣੇ ਆਪ ਨੂੰ ਦੇਖਦੇ ਹਾਂ ਸਾਡਾ ਸਾਰਾ ਸੰਸਾਰ ਉਹ ਮਿਰਰ ਕਰਨ ਲੱਗ ਜਾਂਦਾ ਹੈ ਸੋ ਬੇਸਿਸ ਆਫ ਐਵਰੀ ਸਕਸੈਸ ਇਜ਼ ਮਾਈਂਡਸੈਟ ਜੇ ਸਭ ਕੁਝ ਵੀ ਗਲਤ ਚੱਲ ਰਿਹਾ ਤੁਹਾਡੀ ਲਾਈਫ 'ਚ ਜੇ ਤੁਸੀਂ ਆਪ ਚੜ੍ਹਦੀ ਕਲਾ 'ਚ ਹੋ ਜੇ ਤੁਸੀਂ ਆਪ ਸੋਚਦੇ ਹੋ ਕਿ ਤੁਸੀਂ ਸਭ ਕੁਝ ਸਹੀ ਕਰ ਸਕਦੇ ਹੋ ਇੱਕ ਵਿਸ਼ਵਾਸ ਹੈ ਦੈਨ ਸਾਰਾ ਕੁਝ ਚੇਂਜ ਹੋ ਸਕਦਾ ਹੈ ਉਹਦੇ ਆਪੋਜ਼ਿਟ ਹੈ ਕਿ ਸਭ ਕੁਝ ਸਹੀ ਚੱਲ ਰਿਹਾ ਬਟ ਤੁਹਾਡਾ ਆਪਣੇ ਆਪ ਹੀ ਅੰਦਰ ਨੈਗੇਟਿਵ ਪੈਟਰਨਸ ਨੇ ਤੁਸੀਂ ਡਾਊਟ ਕਰਦੇ ਹੋ ਤੁਹਾਡੇ 'ਚ ਕੌਨਫੀਡੈਂਸ ਨਹੀਂ ਹੈਗਾ ਜਾਂ ਉਹ ਯਕੀਨ ਨਹੀਂ ਹੈਗਾ ਦੈਨ ਤੁਸੀਂ ਜੋ ਆਪਣੀਆਂ ਹੀ ਖੂਬੀਆਂ ਨੇ ਉਹਨੂੰ ਹੀ ਨਹੀਂ ਪਛਾਣ ਪਾਉਂਦੇ ਫਿਰ ਤੁਸੀਂ ਦੂਜਿਆਂ ਨਾਲ ਵੀ ਕਨੈਕਟ ਨਹੀਂ ਕਰ ਪਾਉਂਦੇ ਸੋ ਇੱਕ ਉਹ ਚੀਜ਼ ਹੁੰਦੀ ਹੈ ਕਿ ਜੇ ਤੁਸੀਂ ਵੈਲ ਗਰਾਊਂਡਡ ਹੋ ਤੁਸੀਂ ਸਮਝਦੇ ਹੋ ਕਿ ਇੱਕ ਕਨੈਕਸ਼ਨ ਹੈ ਤੁਹਾਡਾ ਸਾਰੇ ਕੁਦਰਤ ਨਾਲ ਕਾਇਨਾਤ ਨਾਲ ਐਂਡ ਫਿਰ ਤੁਹਾਨੂੰ ਉਹ ਐਨਰਜੀ ਮਿਲਦੀ ਹੈ ਬਿਕਾਜ਼ ਇਵੈਂਚੁਅਲੀ ਐਵਰੀਥਿੰਗ ਇਜ਼ ਐਨਰਜੀ ਰਾਈਟ ਸੋ ਤੁਸੀਂ ਜੇ ਉਹ ਸਭ ਸਮਝਣ ਲੱਗ ਜਾਂਦੇ ਹੋ ਫਿਰ ਜੋ ਬਾਕੀ ਸਾਰੀਆਂ ਅਚੀਵਮੈਂਟਸ ਹੁੰਦੀਆਂ ਨੇ ਜੋ ਤੁਸੀਂ ਪੜ੍ਹਾਈ ਕਰਦੇ ਹੋ ਜੋ ਤੁਸੀਂ ਆਪਣੇ ਕਰੀਅਰ 'ਚ ਕਰਦੇ ਹੋ ਤੁਹਾਡੀਆਂ ਰਿਲੇਸ਼ਨਸ਼ਿਪਸ ਕਿੱਦਾਂ ਨੇ ਤੁਹਾਡੇ ਫੈਮਿਲੀ ਨਾਲ ਕਿੱਦਾਂ ਦੇ ਤਾਲੁਕਾਤ ਨੇ ਤੁਸੀਂ ਤੁਹਾਡੇ ਫਰੈਂਡਸ਼ਿਪਸ ਕਿਹੋ ਜਿਹੀਆਂ ਨੇ ਉਹ ਆਲ ਰਾਊਂਡ
development ਹੁੰਦੀ ਹੈ, and ਤੁਸੀਂ ਸਾਰਾ ਕੁਝ ਸਮਝਣ ਲੱਗ ਜਾਂਦੇ ਹੋ, and then everything gets better, right? So everything starts with the mind, and everything starts with your beliefs that ਤੁਹਾਡੇ mind 'ਚ ਜੋ ਨੇ. So the mindset is the foundation of everything. ਜੇ ਤੁਸੀਂ ਯਕੀਨ ਕਰਦੇ ਹੋ, ਜੋ ਤੁਸੀਂ ਸੋਚਦੇ ਹੋ ਉਹ ਬਣ ਜਾਂਦਾ ਹੈ, and this is something that's changed my life. ਕੋਈ ਇਦਾਂ ਦਾ ਇਨਸੀਡੈਂਟ ਹੋਇਆ ਹੋਵੇ, ਕੋਈ ਸਟੋਰੀ ਹੋਈ ਹੋਵੇ ਜਦੋਂ ਜੋਬਨ ਨੂੰ ਇਹ ਪਤਾ ਲੱਗਾ ਹੋਵੇ ਯਾਰ ਜੋ ਮੈਂ ਸੋਚਦੀ ਹਾਂ ਉਹੀ ਹੁੰਦਾ ਹੈ? ਕਿਉਂਕਿ ਕਈ ਵਾਰੀ ਹੁੰਦਾ ਨਾ ਕਿ ਭਾਵੇਂ ਇਹ ਚੀਜ਼ਾਂ ਬੁੱਕਸ 'ਚ ਵੀ ਲਿਖੀਆਂ ਹੋਈਆਂ ਨੇ, ਟੀਵੀ 'ਚ ਵੀ ਆ ਰਹੀਆਂ ਨੇ, ਆਥਰ ਵੀ ਬੋਲ ਰਿਹਾ, ਸਾਡੇ ਸਾਹਮਣੇ ਕਿੰਨੇ ਵੀ ਲੋਕੀ ਬੋਲ ਰਹੇ ਨੇ, ਜਿੰਨਾ 'ਚ ਕੋਈ ਪਰਸਨਲ ਐਕਸਪੀਰੀਅੰਸ ਨਹੀਂ ਨਾ ਹੁੰਦਾ ਬੰਦੇ ਨੂੰ, ਸਪੋਰਟਿੰਗ ਡਾਕੂਮੈਂਟ ਜਿਹਨੂੰ ਆਪਾਂ ਕਹਿੰਦੇ ਹਾਂ, ਉਹ ਨਹੀਂ ਮਿਲਦਾ, ਉਹਦੇ 'ਚ ਸਾਡਾ ਬਿਲੀਫ ਨਹੀਂ ਵੱਧਦਾ. ਕੋਈ ਇਨਸੀਡੈਂਟ ਤੁਹਾਨੂੰ ਯਾਦ ਹੋਵੇ, ਕੋਈ ਛੋਟਾ ਜਿਹਾ ਇਨਸੀਡੈਂਟ? ਬਹੁਤ ਸਾਰੇ ਇਨਸੀਡੈਂਟਸ ਇੱਦਾਂ ਹੋਏ ਕਾਫੀ ਸਾਲਾਂ ਤੋਂ ਹੀ, ਜੋ ਜਿਵੇਂ ਕੈਨੇਡਾ ਆਉਣ ਵਾਲੀ ਜਰਨੀ ਬਾਰੇ ਜਿਵੇਂ ਅਸੀਂ ਪਹਿਲਾਂ ਗੱਲ ਕਰ ਰਹੇ ਸੀ, ਕਿ ਜੋ ਮੈਂ ਵਿਜ਼ੂਅਲਾਈਜ਼ ਕਰਦੀ ਸੀ, ਸੋਚਦੀ ਸੀ, ਜਿਸ ਤਰ੍ਹਾਂ ਦੀ ਮੈਂ ਜੌਬ ਸੋਚਦੀ ਸੀ ਕਿ ਇੱਦਾਂ ਮੈਂ ਤੁਰ ਕੇ ਜਾਊਂਗੀ, and everybody would be like, this is our next CEO, and this is the person, this is our leader. So I would imagine that, and I would practice that, and ਫਿਰ ਉਹੋ ਜਿਹੀਆਂ ਚੀਜ਼ਾਂ ਹੋਣ ਲੱਗ ਜਾਂਦੀਆਂ ਸੀ. ਹੁਣ ਰੀਸੈਂਟਲੀ ਅਗਰ ਮੈਂ ਆਪਣੇ ਕੰਮ ਦੀ ਜਰਨੀ ਬਾਰੇ ਵੀ ਸੋਚਿਆ, so I used to think ਕਿ I'm gonna go and everybody is just gonna celebrate ke, oh, this person is the best, hai na? So they would see me radiating that energy. So I think ek incident di jagah, it's been like multiple experiments that I did. Kai baar jive hunda na, tusi try karke dekho ke, oh, okay, this is something I really want, but main ਇਹਦੇ ਲਈ chase ਨਹੀਂ ਕਰਨਾ, ਇਹਨੂੰ ਭੱਜਣਾ ਨਹੀਂ ਹੈ, ਕਿਸੇ ਨੂੰ ਕਹਿਣਾ ਨਹੀਂ ਹੈ, it is gonna come to me. So ਜਿਵੇਂ ਉਹ law of attraction ਵਾਲੀ ਗੱਲ ਹੋ ਜਾਂਦੀ ਹੈ. So ਉਹ from those very little incidents ਕਿ okay, ਅੱਜ ਮੇਰਾ ਪਨੀਰ ਖਾਣ ਦਾ ਜੀ ਕਰ ਰਿਹਾ ਹੈ, but I'm not gonna go and tell somebody and it's gonna come to me. So ਉਹ ਛੋਟੇ ਛੋਟੇ experiments ਬਹੁਤ ਕੀਤੇ, and that happened, and I would be like, wow, this really works. So I started creating a notebook, the magic I experienced today. So ਉਹ ਛੋਟੀਆਂ ਜਿਹੀ ਚੀਜ਼ਾਂ from like कि maybe आज मैं जाऊंगी and I'll see a red bird, and I would see that. So when you start believing, and there's also multiple failures of course, but then you learn कि okay, किस तरह तुसी next time better कर सकते हो. So a lot of these things happened, and then I started sharing with my friends, and eventually मेरे friend circles भी ਇਹੋ ਜਿਹਾ ਬਣ ਗਿਆ कि they also wanted to do a lot of it. And then I started meditations, different तरीके ਦੀਆਂ try ਕਰਨ ਲਈ, and I worked with some coaches myself, right? So how it started was because I was at a place where I was not confident and I was not sure कि आगे की करना है, and I was very shy and struggling, and ਮੈਨੂੰ ਲੱਗਦਾ ਸੀ ਕਿ ਪਤਾ ਨਹੀਂ ਜਿਵੇਂ ਸਾਰਾ ਕੁਛ ਹੀ ਖਤਮ ਹੋ ਰਿਹਾ ਦੁਨੀਆ 'ਚ, right? ਭਾਰ ਜਿਹਾ ਪੈਣਾ ਪੈਂਦਾ, ਪ੍ਰੈਸ਼ਰ ਹੁੰਦਾ sort of, right? ਕੁਛ ਨਹੀਂ ਹੋ ਰਿਹਾ ਹੁੰਦਾ, but there is a huge pressure inside ਕਿ ਪਤਾ ਨਹੀਂ ਸ਼ਾਇਦ ਜੇ ਆ ਨਾ ਹੋਇਆ, ਛੋਟੀਆਂ ਛੋਟੀਆਂ ਚੀਜ਼ਾਂ 'ਚ fear develop ਹੋਣਾ start ਹੋ ਜਾਣਾ. Sorry, I'm cutting you down, but I'm just elaborating it for our viewers ਕਿ ਇਹ ਚੀਜ਼ਾਂ ਹੁੰਦੀਆਂ ਨੇ, actually ਇਦਾਂ ਹੁੰਦੀਆਂ ਨੇ, ਤੇ ਉਹ ਫਿਰ ਤੁਸੀਂ ਮਤਲਬ ਉਹ ਚੀਜ਼ ਦਾ ਇੰਨਾ pressure ਬਣ ਜਾਂਦਾ ਹੈ ਨਾ, ਨਹੀਂ ਤਾਂ ਲੋਕੀ usually experience that, and ਮੈਨੂੰ ਉਹੀ ਸੀ ਕਿ ਉਹ ਸਾਰੀ support ਉਦੋਂ ਮਿਲੀ, and it was a long journey for me, and ਕਿਉਂਕਿ ਉਦੋਂ ਪਤਾ ਨਹੀਂ ਸੀ ਕਿ ਕਿਹੜੇ ਕਿਹੜੇ tools use ਕਰ ਸਕਦੇ ਹਾਂ. And then I'm like, okay, if these things worked for me, I'm not saying okay, I am the expert and I have all the answers, but kyunki for the last many years I have used it, and it has become my second nature. So now it is a lot easier for me. Actually, it is good. I personally believe that ki jadon tusi ਕੋਈ ਵੀ ਇਦਾਂ ਦੀ ਪ੍ਰੋਸੈਸ ਕਰਨੀ ਹੁੰਦੀ ਹੈ, ਜਿਹੜੀ ਤੁਸੀਂ ਲੋਕਾਂ ਵਾਸਤੇ ਕਰਨੀ ਹੁੰਦੀ ਹੈ, ਉਹ ਸਭ ਤੋਂ ਪਹਿਲਾਂ ਤੁਹਾਡੀ ਆਪਣੇ ਤੇ ਸਟਾਰਟ ਹੁੰਦੀ ਹੈ. ਹਾਂਜੀ, ਇਟ ਸਟਾਰਟਸ ਫਰੋਮ ਯੂ. ਕਿ ਇੰਪਰੂਵਮੈਂਟ ਕਦੇ ਵੀ ਬਾਹਰ ਨਹੀਂ ਕਿਸੇ ਲਈ ਹੁੰਦੀ, ਹਮੇਸ਼ਾ ਤੁਹਾਡੇ ਲਈ ਹੁੰਦੀ ਹੈ, ਰਾਈਟ? ਸੋ ਯੂ ਵਰਕਡ ਔਨ yourself and then eventually it works for other as well. And ਤੁਸੀਂ ਇੱਕ ਚੀਜ਼ ਬੜੀ ਛੋਟੀ ਜੀ ਜਿਹੜੀ ਮੈਂ ਥੋੜੀ ਜਿਹੀ ਹਾਈਲਾਈਟ ਕਰਨੀ ਚਾਹੂੰਗੀ ਇੱਥੇ, ਕਿ ਤੁਸੀਂ ਕਿਹਾ ਕਿ ਸੈਲਫ ਬਿਲੀਫ ਹੋਣਾ ਬੜਾ ਜ਼ਰੂਰੀ ਹੈ, but trust me, people are lacking in it. ਲੋਕਾਂ 'ਚ ਸੈਲਫ ਬਿਲੀਫ ਹੈ ਹੀ ਨਹੀਂ. ਇਹ ਉਦੋਂ ਪਤਾ ਲੱਗਦਾ ਜਦੋਂ ਅਸੀਂ ਕਹਿੰਦੇ ਨਾ ਜੇ ਕਿਸੇ ਦਾ ਕੁਝ ਦੁੱਖਦਾ, ਜੇ ਕਿਸੇ ਨਾਲ ਗੱਲ ਸ਼ੇਅਰ ਕਰੋ ਤਾਂ ਕਿਸੇ ਦੁੱਖ ਸੁਣ ਕੇ ਸਾਨੂੰ ਪਤਾ ਲੱਗਦਾ ਵੀ ਅੱਛਾ ਇਹਨੂੰ ਇਹ ਪੇਨ ਹੋ ਰਹੀ ਹੈ. And trust me, I have met lots of people and they have this insecurity in them ਕਿ ਉਹਨਾਂ ਨੂੰ ਸੈਲਫ ਬਿਲੀਫ ਹੀ ਨਹੀਂ ਹੈਗਾ. ਸੋ ਜਿਵੇਂ ਤੁਸੀਂ ਕਿਹਾ ਕਿ ਮੈਂ ਬੜੀ ਸ਼ਾਈ ਸੀ, ਇੰਟੀਮੀਡੇਟਿੰਗ ਸੀ, ਕਿਤੇ ਨਾ ਕਿਤੇ ਮੇਰੇ ਤੇ ਪ੍ਰੈਸ਼ਰ ਸੀ, ਤੇ ਤੁਹਾਨੂੰ ਉਹਨਾਂ ਚੀਜ਼ਾਂ ਨੇ ਹੈਲਪ ਕੀਤੀ ਕਿ ਤੁਹਾਡਾ ਸੈਲਫ ਬਿਲੀਫ ਦੁਬਾਰਾ ਤੋਂ ਰੀਗੇਨ ਹੋਇਆ. ਐਂਡ ਉਹ ਚੀਜ਼ ਤੁਸੀਂ ਉਹੀ ਚੀਜ਼ ਬਾਕੀਆਂ ਲਈ ਵੀ ਕਰਨਾ ਚਾਹੁੰਦੇ ਹੋ, ਬਿਕਾਜ਼ ਯੂ ਬਿਲੀਵ ਕਿ ਉਹ ਚੀਜ਼ ਲੋਕਾਂ ਲਈ ਵੀ ਵਰਕ ਕਰ ਸਕਦੀ ਹੈ. So is there any small tips
from your side ਕਿ ਜੇ ਕਿਸੇ ਨੇ ਆਪਣਾ self belief strong ਕਰਨਾ ਹੋਵੇ ਤੇ ਉਹ ਕਿਵੇਂ ਕਰ ਸਕਦਾ ਹੈ? Yeah, ਕਿਉਂਕਿ self belief and ਜੋ self concept ਹੁੰਦਾ ਹੈ, ਮਤਲਬ ਜਿਸ ਤਰੀਕੇ ਨਾਲ ਅਸੀਂ ਆਪਣੇ ਆਪ ਨੂੰ ਦੇਖਦੇ ਹਾਂ, ਆਪਣੇ ਆਪ ਨੂੰ define ਕਰਦੇ ਹਾਂ, ਤੁਸੀਂ ਜੇ ਜਾ ਕੇ practice ਕਰੋ ਸ਼ੀਸ਼ੇ ਦੇ ਸਾਹਮਣੇ and be like you are the best person in the world, right? You look into your eyes and ਕਈ ਵਾਰ ਕੁਛ ਚੀਜ਼ਾਂ ਹੁੰਦੀਆਂ ਜੋ ਸਾਨੂੰ ਲੱਗਦਾ ਹੈ ਕਿ ਸਾਡੇ ਅੰਦਰ ਲੈਕ ਕਰ ਰਹੀਆਂ, ਬਟ ਅਸੀਂ ਉਹਦੇ ਤੇ ਹੀ ਫੋਕਸ ਕਰਦੇ ਰਹਿੰਦੇ ਹਾਂ। ਬਟ ਅਗਰ ਅਸੀਂ ਸੋਚੀਏ ਕਿ ਨਹੀਂ, ਸਾਰਾ ਕੁਝ ਇੱਥੇ ਹੈ, ਸੰਸਾਰ 'ਚ ਅਵੇਲੇਬਲ ਹੈ, you have access to all of it, because we are not just this flesh and body, we are energy, right? So it's a lot more than just the physical body we are. It's also the spirit and the soul. So ਅਗਰ ਅਸੀਂ ਉਹ ਸਾਰੀ ਐਨਰਜੀ ਵਿੱਚ ਟੈਪ ਇਨ ਕਰਦੇ ਹਾਂ, ਅਸੀਂ ਸਮਝਦੇ ਹਾਂ ਕਿ unlimited potential ਹੈ ਸਾਡੇ 'ਚ, right? So ਉਹ ਜਦੋਂ ਅਸੀਂ ਦੇਖਣ ਲੱਗ ਜਾਂਦੇ ਹਾਂ, then there's you can also connect with others at a deeper level, ਕਿਉਂਕਿ ਫਿਰ others are not a competition. They are also made of the same thing, right? So and it's a process altogether, right? ਆਪਾਂ ਨੂੰ ਇੱਕ ਦੋ ਚੀਜ਼ਾਂ 'ਚ ਸਮ ਅਪ ਕਰ ਹੀ ਨਹੀਂ ਸਕਦੇ ਕਿ ਆਪਾਂ ਜੇ ਕਹੀਏ ਕਿ ਇੱਕ ਦੋ ਚੀਜ਼ਾਂ 'ਚ ਸਮ ਅਪ ਕਰ ਦੋ, because it's just that ਕਿ ਇੱਕ ਦੋ ਟਿਪਸ ਤੁਸੀਂ 2-3 ਵਾਰੀ ਅਪਣਾ ਲੀਆਂ ਤੇ ਹੋ ਜਾਣਗੀਆਂ। It's a process altogether. It is. and ਤੁਹਾਨੂੰ ਜਿਵੇਂ ਤੁਸੀਂ ਸਕੂਲ ਜਾ ਕੇ ਕੋਈ ਚੀਜ਼ ਲਰਨ ਕਰਦੇ ਹੋ, ਇਹ ਵੀ ਚੀਜ਼ ਤੁਹਾਨੂੰ ਲਰਨ ਕਰਨੀ ਪੈਂਦੀ ਹੈ ਲਾਈਫ ਦੇ ਵਿੱਚ, ਤੇ ਇੱਕੋ ਦਮ ਨਹੀਂ ਆਉਂਦੀ, ਹੌਲੀ ਹੌਲੀ ਚੀਜ਼ਾਂ ਵਰਕਆਊਟ ਕਰਦੀਆਂ ਨੇ। ਕਿਸੇ ਲਈ ਕੋਈ ਚੀਜ਼ ਵਰਕ ਕਰਦੀ, ਕਿਸੇ ਲਈ ਕੋਈ ਚੀਜ਼ ਵਰਕ ਕਰਦੀ ਹੈ। ਜੋਬਨ ਬਹੁਤ ਗੱਲਾਂ ਨੇ ਕਰਨ ਵਾਲੀਆਂ, ਬਟ ਵੀ ਆਰ ਮੂਵਿੰਗ ਟੂਵਰਡਸ ਦ ਐਂਡ। ਸੋ ਮੇਰਾ ਇੱਕ ਲਾਸਟ ਕੁਐਸਚਨ ਹੈ ਤੁਹਾਡੇ ਕੋਲ, ਐਂਡ ਆਈ ਰੀਅਲੀ ਵਾਂਟ ਇਟ ਟੂ ਯੂ ਕਿ ਤੁਸੀਂ ਉਹਨੂੰ ਥੋੜਾ ਸਮਰਾਈਜ਼ ਕਰਕੇ ਦੱਸੋ, ਲਾਈਕ ਵਿਦਿਨ ਜਸਟ ਫਿਊ ਵਰਡਸ ਓਨਲੀ। ਜੋਬਨ ਦੀ ਗੋਲਡਨ ਟਿਪ ਕਿਹੜੀ ਹੈ ਜਿਹੜੀ ਜੋਬਨ ਸਾਰਿਆਂ ਨਾਲ ਸ਼ੇਅਰ ਕਰਨਾ ਚਾਹੇਗੀ? I would say ਹਮੇਸ਼ਾ ਵਿਸ਼ਵਾਸ ਰੱਖੋ ਆਪਣੇ ਆਪ 'ਚ, ਵਿਸ਼ਵਾਸ ਰੱਖੋ ਉਸ ਪਰਮਾਤਮਾ 'ਚ ਜੋ ਵੀ ਤੁਸੀਂ ਉਸ ਐਨਰਜੀ ਨੂੰ ਬੋਲਦੇ ਹੋ। there is always a lot of support. ਸਾਡਾ ਜੋ the universe, ਜੋ ਕੁਦਰਤ ਹੈ, ਉਹ ਹਮੇਸ਼ਾ ਸਾਨੂੰ ਸਪੋਰਟ ਕਰ ਰਹੀ ਹੈ। ਚਾਹੇ ਜੋ ਵੀ ਹਾਲਾਤ ਹੋਣ, ਉਹ ਹਮੇਸ਼ਾ ਚੇਂਜ ਹੋ ਸਕਦਾ ਹੈ। it can always change for better. ਅਗਰ ਤੁਸੀਂ ਹਮੇਸ਼ਾ ਵਧੀਆ ਬਾਰੇ ਸੋਚੋਗੇ, you think of the end, what lies, ਅਗਰ ਤੁਸੀਂ ਸਟਰਗਲ ਕਰ ਰਹੇ ਹੋ ਇਸ ਵੇਲੇ, ਯਕੀਨ ਰੱਖੋ ਕਿ ਉਸ ਤੋਂ ਅੱਗੇ ਸਵੇਰਾ ਹੈ, and ਫਿਰ ਹਮੇਸ਼ਾ ਚੇਂਜ ਹੋਏਗਾ। definitely actually that's the golden tip ਕਿ optimistic ਰਹਿਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਸੋ ਤੁਹਾਡੀ ਜਰਨੀ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਜੋਬਨ। ਥੈਂਕ ਯੂ ਵੈਰੀ ਮਚ ਫॉर ਬੀਇੰਗ ਔਨ ਦਾ ਸ਼ੋ। ਮੇਰਾ ਸੱਚੀ ਮਨ ਕਰੇ ਕਿ ਮੈਂ ਗੱਲਾਂ ਲੈ ਕੇ ਜਾਈ ਜਾਵਾਂ and we should not be ending it here, but I need to make a full stop here. So thank you very much once again for being here with us today. I hope you are having a very very good experience with us, and at the same time ਮੈਨੂੰ ਇਹ ਵੀ ਉਮੀਦ ਹੈ ਕਿ ਸਾਡੇ viewers ਨੂੰ ਵੀ ਅੱਜ ਜੋਬਨ ਦੀ ਜਰਨੀ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੋਏਗਾ। ਜੋਬਨ, ਤੁਹਾਡੇ ਕੁਝ words? Thank you so much, Robin. ਬਹੁਤ ਵਧੀਆ ਲੱਗਾ ਗੱਲ ਕਰਕੇ, and it was an amazing experience. I hope I see you again soon. So thank you so much everyone for your time, and thank you. For sure. ਇੱਦਾਂ ਹੀ ਸਾਡੇ ਐਪੀਸੋਡ ਦੇਖਣ ਵਾਸਤੇ stay tuned everyone. Thank you.